ਸਤਨਾਮ ਵਾਹਿਗੁਰੂ ਸਾਹਿਬ ਜੀਓ। ਅਪੇਖੇ ਅਲੇਖੇ ਅਕਾਏ ਅਜਾਏ। ਅਪੇਖੇ ਅਲੇਖੇ ਅਕਾਏ ਅਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸ਼ੋਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਭਾਗਸ਼ਾਲੀ ਹੋ ਜੋ ਕਿ ਗੁਰੂ ਕੇ ਚਰਨਾਂ ਵਿੱਚ ਅਸਥਿਤ ਹੋ ਕੇ ਅੰਮ੍ਰਿਤ ਬਾਣੀ ਨਾਲ ਸ਼ਬਦ ਨਾਲ ਜੁੜਨ ਦਾ ਪ੍ਰਯਾਸ ਕਰ ਰਹੇ ਹੋ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਜਾਪ ਸਾਹਿਬ ਦਾ ਜੋ ਇੱਕ ਸ਼ੰਤ ਹੈ, 3 ਨੰਬਰ ਸ਼ੰਤ ਜੋ ਰਿਹਾ ਸੀ, ਉਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਅਪੇਖੇ ਅਲੇਖੇ ਅਕਾਏ ਅਜਾਏ। ਇਹ 4 ਅਵਸਥਾਵਾਂ, 4 ਗੁਣ ਅਕਾਲ ਪੁਰਖ ਵਾਹਿਗੁਰੂ ਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ। ਹਜ਼ੂਰ ਨੇ ਬਚਨ ਕੀਤਾ ਅਲੇਖੇ। ਅਲੇਖੇ ਦਾ ਮਤਲਬ ਹੈ, ਹਜ਼ੂਰ ਕਹਿੰਦੇ ਨੇ, ਜਿਸ ਨੇ ਤੇਰਾ ਦੀਦਾਰ ਕੀਤਾ, ਜਿਸ ਨੇ ਤੇਰੇ ਦਰਸ਼ਨ ਕੀਤੇ ਨੇ, ਕੁਦਰਤੀ ਤੌਰ 'ਤੇ ਕੋਈ ਨਵੀਂ ਚੀਜ਼ ਮਨੁੱਖ ਵੇਂਹਦਾ ਹੈ ਤੇ 2 ਚੀਜ਼ਾਂ ਉਹਦੇ ਮਨ ਵਿੱਚ 2 ਪ੍ਰਕਾਰ ਦੀ ਭਾਵਨਾ ਪੈਦਾ ਹੋਵੇਗੀ। ਕੋਈ ਨਵੀਂ ਵਸਤੂ ਵੇਖੀ ਹੈ, ਜਾਂ ਤੇ ਉਹ ਮੂੰਹ ਤੋਂ ਬੋਲ ਕੇ ਦੱਸਣਾ ਚਾਹੇਗਾ ਕਿ ਮੈਂ ਬੜੀ ਅਚਰਜ ਵਸਤੂ ਵੇਖੀ ਹੈ, ਹੈਰਾਨ ਕਰ ਦੇਣ ਵਾਲੀ ਵਸਤੂ ਵੇਖੀ ਹੈ, ਜਾਂ ਤੇ ਉਹ ਕਹਿ ਕੇ ਕਿਸੇ ਨੂੰ ਦੱਸਣ ਦਾ ਯਤਨ ਕਰੇਗਾ ਤੇ ਕਿਤੇ ਕਿਤੇ ਕੋਈ ਹੱਥ ਵਿੱਚ ਕਲਮ ਫੜ ਕੇ ਉਸ ਅਚਰਜ ਗੱਲ ਨੂੰ ਲਿਖਣਾ ਵੀ ਚਾਹੁੰਦਾ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਜਿਨ੍ਹਾਂ ਤੇਰਾ ਦੀਦਾਰ ਕੀਤਾ ਹੈ, ਜਿਨ੍ਹਾਂ ਤੈਨੂੰ ਦੇਖਿਆ ਹੈ, ਪਰਤ ਕੇ ਲਿਖਣਾ ਚਾਹਿਆ ਪਰ ਤੂੰ ਲੇਖੇ ਵਿੱਚ ਨਹੀਂ ਆਉਂਦਾ, ਲਿਖਣ ਵਿੱਚ ਆਉਂਦਾ ਨਹੀਂ, ਲਿਖਿਆ ਜ਼ਰੂਰ। ਜਿੰਨੇ ਵੀ ਭਗਤ ਹੋਏ ਨੇ ਤੁਸੀਂ ਉਹਨਾਂ ਦੇ ਹੱਥ ਵਿੱਚ, ਬਹੁਤਿਆਂ ਦੇ ਹੱਥ ਵਿੱਚ ਕਲਮ ਵੇਖੋਗੇ, ਕਈਆਂ ਦੇ ਹੱਥ ਵਿੱਚ ਤੁਸੀਂ ਕੋਈ ਸਾਜ਼ ਵੇਖੋਗੇ, ਉਹਨੇ ਹੱਥ ਵਿੱਚ ਸਾਜ਼ ਫੜਿਆ ਹੋਇਆ। ਕੁਝ ਐਸੇ ਨੇ ਜਿਹੜੇ ਵਖਿਆਨ ਕਰ ਰਹੇ ਨੇ, ਉਹਦੇ ਬਾਰੇ ਬੋਲ ਰਹੇ ਨੇ। ਥੋੜ੍ਹੇ ਜਿਹੇ ਐਸੇ ਨੇ ਜਿਨ੍ਹਾਂ ਨੇ ਸ਼ਸਤਰ ਫੜਿਆ। ਇਹ ਸਾਰੀਆਂ ਵੱਖਰੀਆਂ ਵੱਖਰੀਆਂ ਦਸ਼ਾ ਨੇ। ਤਾਂ ਲਿਖਣ ਵਾਲੇ ਵੀ ਬੜੇ ਹੋਏ, ਪਰ ਹਜ਼ੂਰ ਕਹਿੰਦੇ ਜਦੋਂ ਤੈਨੂੰ ਕਿਸੇ ਨੇ ਲਿਖਿਆ ਉਹਦੀ ਕਲਮ ਥੱਕ ਗਈ। ਲਿਖ ਲਿਖ ਕੇ ਇਉਂ ਕਹੋ ਬਈ ਉਹਨੇ ਸਾਰੀ ਉਮਰ ਲਿਖਿਆ ਪਰ ਵੇਖਿਆ ਵੀ ਕੁਝ ਵੀ ਲਿਖਿਆ ਨਹੀਂ ਗਿਆ। ਤੂੰ ਇੰਨਾ ਮਹਾਨ ਹੈ, ਇੰਨਾ ਵੱਡਾ ਹੈ, ਤੇਰਾ ਰਸ ਬਹੁਤ ਵੱਡਾ ਹੈ, ਤੇਰੀ ਵਿਆਖਿਆ ਲਿਖੀ ਨਹੀਂ ਜਾ ਸਕਦੀ। ਅਲੇਖ, ਕੋਈ ਵੀ ਲੇਖ ਪੂਰਾ ਨਹੀਂ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹਿੰਦੇ ਲੇਖਾ ਹੋਏ ਤਾਂ ਲਿਖੀਐ, ਅੰਤ ਤਾਂ ਤੇਰਾ ਹੈ ਹੀ ਨਹੀਂ। ਇਸੇ ਕਰਕੇ ਉਹ ਜਿਹੜੀ ਦੁਨੀਆ ਹੈ ਹਿਸਾਬ ਕਿਤਾਬ ਤੋਂ ਪਰੇ ਹੈ।
ਜਿਹੜੀ ਉਹਦੀ ਦੁਨੀਆ, ਜਿਹੜਾ ਉਹਦਾ ਗਿਆਨ ਹੈ, ਉਹ ਕਿਸੇ ਹੱਦ ਵਿੱਚ ਨਹੀਂ, ਕਿਸੇ ਹਿਸਾਬ ਕਿਤਾਬ ਵਿੱਚ ਨਹੀਂ ਹੈ, ਹੱਦ ਤੋਂ ਪਰੇ ਹੈ। ਉਹਦੀ ਖਬਰ ਜਿਨ੍ਹਾਂ ਨੇ ਦਿੱਤੀ, ਸਿਰਫ ਇੱਕੋ ਹੀ ਕਿਹਾ, ਤੁਸੀਂ ਬਾਣੀ ਵਿੱਚ ਪੜ੍ਹਦੇ ਹੋ, ਹੱਲੇ ਯਾਰਾਂ ਹੱਲੇ ਯਾਰਾਂ ਖੁਸ਼ ਖਬਰੀ। ਉਹਨਾਂ ਦੀ ਖਬਰ ਕਿਵੇਂ ਦੀ ਹੈ? ਇਹ ਬਚਨ ਭਗਤ ਜੀ ਦਾ ਹੈ। ਖੁਸ਼ ਖਬਰੀ, ਖੁਸ਼ ਖਬਰੀ ਦਾ ਮਤਲਬ ਹੈ ਉਹ ਖਬਰ, ਉਹ ਸਮਾਚਾਰ, ਉਹ ਸੰਦੇਸ਼ ਜਿਹਦੇ ਵਿੱਚੋਂ ਸਿਰਫ ਖੁਸ਼ੀ ਮਿਲਦੀ ਹੈ, ਤੇ ਖੁਸ਼ੀ ਨੂੰ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ, ਲਿਖਿਆ ਨਹੀਂ ਜਾ ਸਕਦਾ। ਤਾਂ ਅਨੇਕ ਤਰ੍ਹਾਂ ਦੇ ਭਗਤ ਉਹਦੇ ਦਰ 'ਤੇ ਪੈਦਾ ਹੋਏ ਨੇ। ਕੋਈ ਹੱਸ ਰਿਹਾ ਹੈ, ਕਿਸੇ ਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਰਿਹਾ ਹੈ, ਕੋਈ ਪਿਆਰ ਵਿੱਚ ਗਾਈ ਜਾ ਰਿਹਾ ਹੈ, ਕੋਈ ਕੁਝ ਲਿਖੀ ਜਾ ਰਿਹਾ ਹੈ, ਕੋਈ ਸਿਜਦਾ ਕਰ ਰਿਹਾ ਹੈ, ਕੋਈ ਨਮਾਜ਼ ਪੜ੍ਹ ਰਿਹਾ ਹੈ, ਕੋਈ ਪੂਜਾ ਕਰ ਰਿਹਾ ਹੈ, ਕੋਈ ਜਪ ਕਰ ਰਿਹਾ ਹੈ। ਕਿੰਨੀ ਤਰ੍ਹਾਂ ਦੇ ਨੇ, ਕਿਉਂਕਿ ਇਹ ਸਾਰੀ ਉਹਦਾ ਜਿਹੜਾ ਦਰ ਹੈ, ਹਜ਼ੂਰ ਕਹਿੰਦੇ ਇਹ ਮਿਣਨ ਵਿੱਚ ਨਹੀਂ ਆਉਂਦਾ, ਤੋਲਣ ਵਿੱਚ ਨਹੀਂ ਆਉਂਦਾ, ਤੋਲਣ ਤੋਂ ਬਾਹਰ ਹੈ। ਸਤਿਗੁਰੂ ਨੇ ਬਚਨ ਕੀਤੇ, ਲੇਖਾ ਹੋਏ ਤਾਂ ਲਿਖੀਐ। ਮੈਂ ਲਿਖਣ ਲਈ ਤੁਰਿਆ, ਕਾਗਜ਼ ਇਕੱਠੇ ਕੀਤੇ ਹਨ, ਸਿਆਹੀ ਇਕੱਠੀ ਕੀਤੀ ਹੈ, ਕਲਮ ਵੀ ਹੱਥ ਵਿੱਚ ਫੜੀ ਹੈ। ਲਿਖਣ ਲੱਗਾ, ਪਰ ਲਿਖਦਿਆਂ ਲਿਖਦਿਆਂ ਬੁੱਧੀ ਵਿੱਚੋਂ ਅਲੋਪ ਹੋ ਜਾਂਦੀ ਜਿਹਨੇ ਲਿਖਣਾ ਹੈ। ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਇੱਥੇ ਹਿਸਾਬ ਵਿੱਚ ਲਿਖਾਂਗੇ ਤੇ ਬੁੱਧੀ ਰਹਿਣੀ ਹੈ ਵਿੱਚ, ਬੁੱਧੀ ਹੋਵੇਗੀ ਤਾਂ ਲਿਖਾਂਗੇ। ਪਰ ਜਦੋਂ ਕੋਈ ਉਹਦੇ ਵਿੱਚ ਲੀਨ ਹੁੰਦਾ ਹੈ ਤੇ ਬੁੱਧੀ ਵਿੱਚੋਂ ਖੁੱਸਦੀ ਹੈ, ਖਤਮ ਹੁੰਦੀ ਹੈ। ਇਹੀ ਤੇ ਤੱਤ ਹੈ ਧਰਮ ਦਾ। ਵਿੱਚੋਂ ਬੁੱਧੀ ਅਲੋਪ ਹੋਣ ਲੱਗ ਪੈਂਦੀ ਹੈ, ਲੀਨ ਹੋਣ ਲੱਗ ਪੈਂਦੀ, ਛੁੱਟਣ ਲੱਗ ਪੈਂਦੀ, ਬੰਦਾ ਬੁੱਧੀ ਤੋਂ ਅੱਗੇ ਚਲਾ ਜਾਂਦਾ ਹੈ। ਇੱਥੇ ਮੈਂ ਇੱਕ ਇਹ ਵੀ ਉਦਾਹਰਨ ਦਿਆਂ ਕਿ ਦੋ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਆਨੰਦ ਵਿੱਚ ਹੁੰਦੇ ਨੇ। ਇੱਕ ਰੱਬ ਦੇ ਪਿਆਰੇ, ਜਦੋਂ ਉਹ ਨਾਮ ਦੇ ਨਸ਼ੇ ਵਿੱਚ ਜਾਂਦੇ ਨੇ ਤੇ ਆਨੰਦ ਵਿੱਚ ਚਲੇ ਜਾਂਦੇ ਨੇ। ਇੱਕ ਖੁਮਾਰੀ ਉਹਨਾਂ 'ਤੇ ਛਾ ਜਾਂਦੀ। ਉਹਦਾ ਵੀ ਕਾਰਨ ਇਹ ਹੈ ਵੀ ਨਾਮ ਜਪਦੇ ਜਪਦੇ ਉਹ ਬੁੱਧੀ ਨੂੰ ਪਾਰ ਕਰ ਜਾਂਦੇ, ਉੱਥੇ ਵਿਚਾਰ ਨਹੀਂ ਰਹਿੰਦੇ, ਖਿਆਲ ਪੈਦਾ ਹੀ ਨਹੀਂ ਹੁੰਦੇ। ਤੇ ਇੱਕ ਆ ਦੂਸਰੇ ਨਸ਼ਈ ਨੇ ਸੰਸਾਰ ਦੇ, ਜਦੋਂ ਨਸ਼ਾ ਕਰਦੇ ਨੇ। ਔਰ ਨਸ਼ਾ ਇਹਨਾਂ ਸੰਸਾਰ ਵਿੱਚ ਪ੍ਰਚਲਿਤ ਕਿਉਂ ਹੋਇਆ? ਜਦ ਕਿ ਸਾਰੇ ਧਰਮਾਂ ਨੇ ਨਸ਼ੇ ਦੀ ਮਨਾਹੀ ਕੀਤੀ ਹੈ। ਕਿਉਂਕਿ ਨਸ਼ਾ ਜਿਹੜਾ ਹੈ ਉਹ ਨਸ਼ਈ ਨੂੰ ਬੁੱਧੀ ਤੋਂ ਪਾਰ ਖਿੱਚਦਾ। ਬੁੱਧੀ ਤੋਂ ਪਾਰ ਨਹੀਂ ਖਿੱਚਦਾ, ਉਹਦੀ ਬੁੱਧੀ ਬੰਦ ਕਰ ਦਿੰਦਾ, ਵਿਚਾਰ ਨਹੀਂ ਆਉਂਦੇ। ਤਾਂ ਉਹ ਇਸ ਨੂੰ ਖਾਂਦੇ ਨੇ, ਤਾਂ ਇਹਨੂੰ ਪੀਂਦੇ ਨੇ ਸੁੱਖ ਲੈਣ ਲਈ। ਕਿਉਂਕਿ ਹਰ ਇੱਕ ਨਸ਼ਈ ਦਾ ਇੱਕ ਤਜਰਬਾ ਹੈ ਕਿ ਜਦੋਂ ਨਸ਼ੇ ਦੀ ਵਰਤੋਂ ਕਰਦੇ ਨੇ ਉਹਨਾਂ ਦੇ ਵਿਚਾਰ ਬੰਦ ਹੋ ਜਾਂਦੇ ਨੇ। ਇੱਕ ਵੀ ਵਿਚਾਰ ਨਹੀਂ ਆਉਂਦਾ, ਬੇਪਰਵਾਹ, ਕੋਈ ਫਿਕਰ ਨਹੀਂ ਵੀ ਆਹ ਜਿਹੜਾ ਕੰਮ ਕਰਨ ਲੱਗਿਆ ਦਾ ਨਤੀਜਾ ਕੀ ਨਿਕਲੇਗਾ। ਬੁੱਧੀ ਬੰਦ ਹੋ ਗਈ। ਇਸ ਕਰਕੇ ਨਸ਼ਾ ਉਹਨਾਂ ਨੂੰ ਸੁਖਦਾਈ ਲੱਗਦਾ ਹੈ, ਨਸ਼ਾ ਉਹਨਾਂ ਨੂੰ ਸਕੂਨ ਦਿੰਦਾ ਹੈ। ਪਰ ਉਹਦੇ ਵਿੱਚ ਇੱਕ ਨੁਕਸ ਹੈ ਕਿ ਉਹ ਨਸ਼ਾ ਇੱਕ ਪਾਸੇ ਸਰੀਰ ਨੂੰ ਗਾਲਦਾ ਹੈ, ਦੂਜੇ ਪਾਸੇ ਆਤਮਾ ਨੂੰ ਗੁਲਾਮ ਕਰਦਾ ਹੈ। ਫਿਰ ਉਹਦਾ ਸਮਾਂ ਉਹਦੇ ਤੋਂ ਬਾਅਦ ਟੁੱਟ ਜਾਂਦਾ ਹੈ। ਰੱਬ ਦਾ ਨਾਮ ਵੀ ਨਸ਼ਾ, ਪਰ ਇਹ ਨਸ਼ਾ ਬੁੱਧੀ ਤੋਂ ਪਾਰ ਲੈ ਜਾਂਦਾ ਹੈ। ਵਿਚਾਰ ਉੱਥੇ ਇਹ ਇੱਕ ਸੱਚਾਈ ਹੈ ਕਿ ਜਿਸ ਬੰਦੇ ਦਾ ਮਨ ਗੁਰੂ ਕੇ ਸ਼ਬਦ ਨਾਲ ਜੁੜਿਆ ਹੈ, ਦਿਨ ਰਾਤ ਇੱਕ ਨਸ਼ੇ ਵਿੱਚ ਰਹਿੰਦਾ, ਸੱਚ ਹੈ, ਝੂਠ ਨਹੀਂ ਹੈ। ਇੱਕ ਨਸ਼ਾ ਉਹਦੇ ਉੱਤੇ ਛਾਇਆ ਰਹਿੰਦਾ ਹੈ, ਇੱਕ ਆਨੰਦ ਉਹਦੇ ਉੱਤੇ ਤਾਰੂ ਰਹਿੰਦਾ ਦਿਨ ਰਾਤ, ਕਿਸੇ ਬੇਪਰਵਾਹੀ ਵਿੱਚ ਜਿਉਂਦਾ ਹੈ। ਚਿੰਤਾ, ਫਿਕਰ, ਦੁੱਖ, ਪੀੜਾ, ਤੁਸੀਂ ਵੇਖਿਆ ਹੋਵੇਗਾ ਨਾ, ਪੇਨ ਕਿਲਰ, ਦਰਦ ਦੀ ਦਵਾਈ ਉਦੋਂ ਦਿੱਤੀ ਜਾਂਦੀ ਜਦੋਂ ਕਿਸੇ ਨੂੰ ਦਰਦ ਜ਼ਿਆਦਾ ਕਰਦੀ। ਉਹਦੀ ਦਰਦ ਨੂੰ ਹਟਾਉਣ ਵਾਸਤੇ ਕੁਝ ਦਵਾਈਆਂ ਦਿੱਤੀਆਂ ਜਾਂਦੀਆਂ ਨੇ। ਪਰ ਦੂਜੇ ਪਾਸੇ ਗੁਰੂ ਸਾਹਿਬ ਨੇ ਕਿਹਾ ਦੀਨ ਦਰਦ ਦੁੱਖ ਭੰਜਨਾ, ਇਹ ਗੱਲਾਂ ਵਾਪਰੀਆਂ ਜ਼ਰੂਰ ਜ਼ਿੰਦਗੀ ਵਿੱਚ। ਕਹਿੰਦੇ ਦਰਦ ਨੂੰ ਤੂੰ ਭੰਨ ਦੇਣਾ, ਦਰਦ ਨੂੰ ਘਟਾ ਦੇਣਾ, ਦੁੱਖ ਨੂੰ ਘੱਟ ਕਰ ਦੇਣਾ, ਗਮ ਨੂੰ ਘੱਟ ਕਰ ਦੇਣਾ, ਚਿੰਤਾ ਨੂੰ ਘੱਟ ਕਰ ਦੇਣਾ। ਕਿਵੇਂ ਕਰ ਦੇਣਾ?
ਨਸ਼ੇ ਵਿੱਚ ਜਾ ਕੇ ਜਿਵੇਂ ਇੱਕ ਨਸ਼ਈ ਧੁੱਤ ਹੋ ਜਾਂਦਾ, ਆਪਣੇ ਦੁੱਖ ਨੂੰ ਭੁਲਾਉਣ ਵਾਸਤੇ ਨਸ਼ਾ ਪੀਂਦਾ ਹੈ। ਉਹਨੂੰ ਦੁੱਖ ਵਿੱਚੋਂ ਕੁਝ ਸਮੇਂ ਵਾਸਤੇ ਬਾਹਰ ਕੱਢਦਾ ਹੈ, ਨਸ਼ੇ ਦਾ ਸਹਾਰਾ ਲੈਂਦਾ ਹੈ। ਪਰ ਸਤਿਗੁਰੂ ਨੇ ਕਿਹਾ, ਤੂੰ ਕਿਉਂ ਇਸ ਖੋਟੇ ਨਸ਼ੇ ਦਾ ਸਹਾਰਾ ਲੈਣਾ ਹੈ? ਆ ਮੈਂ ਤੈਨੂੰ ਨਾਮ ਦੇ ਨਸ਼ੇ ਨਾਲ ਜੋੜ ਦਿਆਂ, ਜਿਹੜਾ ਤੈਨੂੰ ਕਦੀ ਚਿੰਤਾ ਵਿੱਚ ਆਉਣ ਹੀ ਨਹੀਂ ਦੇਗਾ, ਚਿੰਤਾ ਤੋਂ ਬਾਹਰ ਕੱਢ ਦੇਗਾ, ਦੁੱਖ ਤੋਂ ਬਾਹਰ ਕੱਢ ਦੇਗਾ। ਇਸ ਕਰਕੇ ਵਾਕਈ ਧਰਮ ਵਿੱਚ ਇੱਕ ਨਸ਼ਾ ਹੈ, ਕੋਈ ਸ਼ੱਕ ਨਹੀਂ ਹੈ। ਜਿਨ੍ਹਾਂ ਨੇ ਅਧਿਆਤਮਕ ਧਰਮ ਕਮਾਇਆ ਹੈ, ਇਕੱਲਾ ਪਰੰਪਰਾਵਾਦੀ ਨਹੀਂ। ਪਰੰਪਰਾਵਾਦੀ ਧਰਮ ਕਦੀ ਸਕੂਨ ਨਹੀਂ ਦੇਗਾ ਤੁਹਾਨੂੰ, ਉਹ ਆਰੰਭਤਾ ਹੈ। ਪਰੰਪਰਾ ਦੇ ਅਰਥ ਨੇ, ਜਿਵੇਂ ਕੋਈ ਆਪਣਾ ਧਰਮ ਕਮਾਉਂਦਾ, ਉਹ ਗਾਇਤਰੀ ਪੜ੍ਹਦਾ ਹੈ, 2 ਵੇਲੇ ਸੰਧਿਆ ਕਰਦਾ ਹੈ, ਜਨੇਊ ਪਾਉਂਦਾ ਹੈ, ਤਿਲਕ ਲਾਉਂਦਾ ਹੈ, ਮੰਦਰ ਤੇ ਜਾਂਦਾ ਹੈ, ਇਹ ਸਾਰੀ ਪਰੰਪਰਾ ਹੈ। ਕੋਈ ਨਮਾਜ਼ ਪੜ੍ਹਦਾ ਹੈ, ਕੋਈ ਮਸਜਿਦ ਜਾਂਦਾ ਹੈ, ਇਹ ਪਰੰਪਰਾਵਾਦੀ ਧਰਮ ਹੈ। ਕੋਈ ਗੁਰਦੁਆਰੇ ਜਾਂਦਾ ਹੈ, ਕੋਈ ਪਾਠ ਕਰੇਗਾ, 5 ਕਕਾਰ ਪਾਏ ਨੇ, ਧਰਮ ਦੀ ਪਰੰਪਰਾ ਹੈ, ਸ਼ੁਰੂਆਤ ਹੈ, ਆਰੰਭਤਾ ਹੈ, ਬੜੀ ਜ਼ਰੂਰੀ ਹੈ। ਪਰ ਕੱਲੀ ਇਹ ਕਰਕੇ ਸਮਝੋ ਕਿ ਤੁਹਾਨੂੰ ਇਹ ਆਨੰਦ ਮਿਲ ਜਾਏਗਾ, ਆਨੰਦ ਦੀ ਇੱਥੇ ਪਾਲਣਾ ਕਰਨੀ ਹੈ। ਇਹ ਜਿਹੜੀ ਪਰੰਪਰਾ ਹੁੰਦੀ ਹੈ, ਤਾਂ ਕਹਿੰਦੇ ਨੇ ਰਫ ਲਿਖਣਾ। ਜਿਵੇਂ ਰਫ ਕਾਪੀ ਦੇ ਉੱਤੇ ਪਹਿਲਾਂ ਵਿਦਿਆਰਥੀ ਕਿਸੇ ਲੈਸਨ ਨੂੰ ਪੜ੍ਹਨ ਵਾਸਤੇ ਰਫ ਲਿਖਦਾ ਹੈ ਵੀ ਹੁਣ ਮੈਂ ਜਦੋਂ ਪੱਕੀ ਤੇ ਚੜਾਉਣਾ ਹੈ ਤੇ ਕੋਈ ਗਲਤੀ ਨਾ ਹੋ ਜਾਏ। ਤਾਂ ਜਿਹੜੀਆਂ ਪਰੰਪਰਾਵਾਂ ਦਿੱਤੀਆਂ ਨੇ ਸਾਨੂੰ ਗੁਰੂ ਸਾਹਿਬ ਨੇ, ਬੜੀਆਂ ਸ਼ੁਭ ਨੇ। ਪਰੰਪਰਾਵਾਂ ਨੂੰ ਨਿਭਾਉਣਾ ਅਤ ਜ਼ਰੂਰੀ ਹੈ। ਅੰਮ੍ਰਿਤ ਪਾਨ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ। ਪਰ ਜਿੱਦਣ ਇਹ ਜਿਹੜੀ ਸਾਰੀ ਕਮਾਈ ਹੈ ਨਾਲ ਨਾਮ ਦੀ ਕਮਾਈ ਵਿੱਚ ਬਦਲ ਗਈ, ਸ਼ਬਦ ਨਾਲ ਪ੍ਰੇਮ ਜਾਗ ਪਿਆ, ਤੇ ਉਦਣ ਇਹਦੇ ਵਿੱਚੋਂ ਫਿਰ ਪਤਾ ਲੱਗੇਗਾ ਵੀ ਇਹ ਵੀ ਦੁਨੀਆ ਇੱਕ ਰਸ ਤੇ ਨਸ਼ੇ ਵਾਲੀ ਹੈ। ਇੱਧਰ ਵੀ ਇੱਕ ਆਨੰਦ ਹੈ, ਇੱਧਰ ਵੀ ਇੱਕ ਬੇਪਰਵਾਹੀ ਹੈ, ਬੇਚਿੰਤਤਾਈ ਹੈ, ਆਨੰਦ ਹੈ। ਤਾਂ ਉਸ ਦਿਨ ਇਹ ਧਰਮ ਜਿਹੜਾ ਹੈ, ਗੁਰੂ ਕੀ ਮੱਤ ਸਵਾਦ ਲੱਗਣ ਲੱਗ ਪਏਗੀ, ਫਿੱਕੀ ਨਹੀਂ ਲੱਗੇਗੀ, ਕੌੜੀ ਨਹੀਂ ਲੱਗੇਗੀ। ਮਨੁੱਖ ਘਬਰਾਏਗਾ ਨਹੀਂ ਇਸ ਰਾਹ 'ਤੇ ਤੁਰਨ ਵਾਲਾ। ਇਸ ਕਰਕੇ ਗੁਰੂ ਕਿਰਪਾ ਕਰੇ, ਜਦੋਂ ਕੋਈ ਬੰਦਾ ਧਰਮ ਦੇ ਮਾਰਗ 'ਤੇ ਤੁਰਦਾ ਤੇ ਨਾਮ ਦਾ ਅਭਿਆਸ ਜ਼ਰੂਰ ਕਰੇ। ਜੇ ਨਹੀਂ ਕਰੇਗਾ ਤਾਂ ਫਿੱਕਾ ਲੱਗੇਗਾ, ਕੁਝ ਨਹੀਂ ਮਿਲਦਾ ਦਿਸੇਗਾ ਇੱਥੇ। ਤਾਂ ਜ਼ਰੂਰੀ ਹੈ ਕਿ ਉਹ ਨਾਮ ਨਾਲ ਜੁੜਿਆ ਹੋਇਆ ਮਨੁੱਖ ਹੋਵੇ। ਅਤੇ ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, ਜਿਸ ਵੇਲੇ ਉਹਦੇ ਦੀਦਾਰ ਹੋਏ, ਸਤਿਗੁਰੂ ਕਹਿੰਦੇ ਲੇਖਾ ਨਹੀਂ ਤੇਰਾ ਲਿਖਿਆ ਜਾ ਸਕਦਾ। ਸਾਹਮਣੇ ਵੇਖਿਆ, ਇੰਨਾ ਆਨੰਦ, ਇੰਨੀ ਖੁਸ਼ੀ, ਇੰਨਾ ਗਿਆਨ, ਇੰਨੀ ਅਸਚਰਜਤਾ, ਇੰਨੀ ਹੈਰਾਨੀ ਔਰ ਇੰਨੀ ਸ਼ਕਤੀ, ਇੰਨੀ ਤਾਕਤ ਸਾਹਮਣੇ ਵੇਖੀ ਵੀ ਤੇਰੇ ਵਿੱਚ ਤੇ ਕੋਈ ਅੰਤ ਹੀ ਨਹੀਂ ਕਿਸੇ ਚੀਜ਼ ਦਾ। ਜਿੱਧਰੋਂ ਵੇਖਣਾ ਚੌਵਾਂ ਪਾਸਿਓਂ ਪੂਰਾ ਹੈ, ਸਮਰੱਥ ਹੈ। ਗੁਰੂ ਸਾਹਿਬ ਨੇ ਇੱਕ ਬਚਨ ਕੀਤਾ ਹੈ, ਕਹਿੰਦੇ ਬਾਬਲ ਮੇਰਾ ਵੱਡ ਸਮਰੱਥਾ। ਬੜੀ ਸਮਰੱਥਾ ਤੇਰੇ ਵਿੱਚ, ਬੜੀ ਸ਼ਕਤੀ ਹੈ। ਤੂੰ ਹੁਣੇ ਰਾਜਿਆਂ ਨੂੰ ਭਿਖਾਰੀ ਕਰਦਾ, ਹੁਣੇ ਭਿਖਾਰੀਆਂ ਨੂੰ ਰਾਜਾ ਬਣਾਦਾ, ਹੁਣੇ ਗਿਆਨਵਾਨਾਂ ਨੂੰ ਅਗਿਆਨੀ ਕਰਦਾ, ਹੁਣੇ ਅਗਿਆਨੀਆਂ ਨੂੰ ਗਿਆਨ ਨਾਲ ਭਰਦਾ, ਹੁਣੇ ਭਰੀ ਤਿਜੋਰੀ ਵਾਲਿਆਂ ਨੂੰ ਭੀਖ ਮੰਗਣ ਤੇ ਮਜਬੂਰ ਕਰਦਾ, ਹੁਣੇ ਭਿਖਾਰੀਆਂ ਦੇ ਸਿਰ ਤੇ ਛਤਰ ਝੁਲਾਦਾ। ਬੜੀ ਅਸੀਮ ਸ਼ਕਤੀ ਤੇਰੇ ਵਿੱਚ। ਤਾਂ ਫਿਰ ਭਗਤ ਰਵਿਦਾਸ ਜੀ ਨੇ ਬਚਨ ਕੀਤਾ, ਕਹਿੰਦੇ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਧਰੈ। ਬੜਾ ਅਜੀਬ ਹੈ। ਅੱਜ ਦਾ ਸਾਰਾ ਵਿਸ਼ਾ ਅਲੇਖ ਹੈ। ਬਸ ਇੱਕ ਸੁੱਖ ਦਾ ਦਰਵਾਜ਼ਾ, ਰੱਬ ਦਾ ਰਸਤਾ ਹੈ, ਹੋਰ ਕੋਈ ਇੱਥੇ ਆਨੰਦ ਨਹੀਂ ਕਿਤੇ। ਸਭ ਚੀਜ਼ਾਂ ਚਿੰਤਾ ਵਿੱਚ ਫਸੀਆਂ ਹੋਈਆਂ। ਸਾਰੀਆਂ ਪ੍ਰਾਪਤੀਆਂ ਦਾ ਅੰਤ ਹੋ ਜਾਂਦਾ ਹੈ। ਜਿੰਨੀਆਂ ਵੀ ਇੱਥੇ ਪ੍ਰਾਪਤੀਆਂ ਅਸੀਂ ਕਰਨੇ ਆ, ਉਹ ਪ੍ਰਾਪਤੀਆਂ ਹੁੰਦੀਆਂ ਹੀ ਨਹੀਂ। ਸਾਨੂੰ ਭੁਲੇਖਾ ਪੈ ਜਾਂਦਾ, ਹੁਣ ਅਸੀਂ ਪ੍ਰਾਪਤੀ ਕਰ ਲਈ, ਹੁਣ ਅਸੀਂ ਪਹੁੰਚ ਗਏ, ਹੁਣ ਅਸੀਂ ਸਫਲ ਹੋ ਗਏ। ਆਮ ਤੌਰ 'ਤੇ ਪੁੱਛਿਆ ਜਾਏ ਨਾ, ਤੇ ਮਨੁੱਖ ਕਹਿ ਦਿੰਦਾ ਹੈ, ਗੁਰੂ ਨੇ ਮੇਰੇ ਤੇ ਬੜੀ ਕਿਰਪਾ ਕੀਤੀ ਹੈ, ਸੰਸਾਰ ਦੇ ਰਸਤੇ ਤੇ ਕਿਸੇ ਚੀਜ਼ ਦੀ ਕਮੀ ਨਹੀਂ। ਬੱਚੇ ਸਾਰੇ ਸੈੱਟ ਹੋ ਗਏ ਨੇ,
माया की कोई कमी नहीं, सब कुछ ठीक ठाक है। पर उन्होंने ये पता नहीं जिन्हों तू ठीक ठाक कह रहे हैं ये ठीक ठाक तो है पर पूरा ठीक नहीं। राह विच गल रुक गई, रस्ते विच ही खड़ा हो गया। तो जिन्ना चिर ਉਹਦੇ तक नहीं पहुँचता उन्ना चिर कोई प्राप्ति नहीं। सारिया प्राप्तियां मनुख की जिंदगी का धोखा है, अखीर नूं दुख विच तब्दील हो जांदियां ने। सतगुरु ने बचन कीते, लेखा होए तां लिखिए, लेखा होए विनाश। फिर की करना चाहिए? कहंदे नानक वड्डा आखिए, तू उन्होंने यही कही जा तू बहुत वड्डा है, तू बड़ा बेअंत है। आपे जाने आप, जिन्ना वड्डा वो आप है वो आप ही जानदा। फिर एक उदाहरण भी दिती, कहंदे साला ही साला एती सुरत ना पाईया। जे कोई मनुख सोचे मैं उहदी सिफत सलाह कर करके उन्होंने जित लवांगा, उन्होंने अपने हत्थां विच कर लवांगा, कहंदे इस तरह भी उहदा अंत कदी नहीं मिलता। सिफत सलाह करी चल, जपी चल, एती सुरत ना पाईया। फिर एक उदाहरण दिती, कहंदे नदियां अतै वाह पवें समुंद। जिवें नदियां ते वाह दा अर्थ है नाले, समुंदर दे अंदर डिग्गी जांदे ने, समुंदर दे विच पई जांदे ने, पर उन्हां नूं इह नहीं पता लगदा समुंदर किन्ना कुछ वड्डा है। विच लीन हो जांदे ने, विच टिक जांदे ने, ਉਹਦੇ वर्गे बन जांदे ने। नदियां अतै वाह पवें समुंद ना जाणीए। फिर अगे एक बचन कीता, समुंद शाह सुल्तान गिरहां सेती माल धन। फिर ऐसे रब बारे की करना चाहिए? हजूर ने उदाहरण दिती है। एक पासे गल कीती, कहंदे कीड़ी है जिहदी कोई हस्ती नहीं, एक पासे वो कीड़ी है, एक पासे वो सुल्तान है, वो बादशाह है जिहदे कोल इन्ना धन है जिन्ना समुद्रां विच पानी भरिया होया है। गिरहा सेती, गिरहा कहंदे ने पंडां नूं, गंढां नूं। माल धन, एक पासे वो मनुख जिहदे कोल समुंदर दे पानी जिन्ना धन है तो उन्हें गंढां बन के रखियां ने। दूजे पासे वो कीड़ी वर्गा मनुख जिहदे कोल ही कुछ नहीं, कोई आके पैर थले दे जा, कोई आके मलदा जिन्नू। कीड़ी तुल ना होवनी जे तिस मनो ना विसरै। बस सब तो वड्डा इत्थे दा धन की है, सब तो वड्डी कामयाबी दा साधन की है कि आपां इह अभ्यास जिंदगी विच पका लईए कि सानू दिन रात अंदरों नाम ना विसरे, भुले ना। बस सब तो वड्डी दौलत है, लोक परलोक दी दौलत है। वेखो इत्थे धन कमावांगे तो सिर्फ इत्थे काम आ सकदा है, अगे नहीं। इक्को लोक विच माया कमाई इत्थे संसार विच काम आ जाएगी। पर सतगुरु ने कहा भी गुरसिखा तेनू मैं एक ऐसा धन देना, नाम दा धन, जिहड़ा इत्थे भी काम आउंदा ते अगे दोवां थावां ते चलदा है। ये नहीं भी कला परलोक विच ही चलेगा। और सच्चाई तो यह है, गुरु साहब ने जिहड़ी सानू शिक्षा दिती है वो कली परलोक दा जीवन नहीं। ये मत समझना भी गुरु साहब ये कही जा रहे हैं परलोक विच तू सुखी हो जाएगा, जमा तो बच जाएगा, सिर्फ इतों तक सीमित नहीं। ये सच्चाई जरूर है कि जदों मनुख शरीर छड्डेगा, जां असीं मनुख की गल ना करिए अपनी गल करिए, जदों असीं इस जिस्म नूं छड्डांगे, इस मिट्टी की ढेरी तो वखरे हो जावांगे, तो साडा आसरा फिर कोई नहीं जे साडे कोल नाम दा धन नहीं है। उस वेले बेकार हो गया मनुख, साडे कोल कुछ नहीं रहेगा, क्योंकि ये तो वक़्त दे अंदर मिलिया है, वक़्त तो बाद साडे तो खो लिया जाएगा। तां इत्थे परलोक विच ते कम आउंदा ही आउंदा नाम दी कमाई। इस दुनिया दे विच रहिंदियां भी मनुख नाम तो बिना सड़दा बलदा है। सतगुरु ने बचन कीता, कहंदे ये ना कदी फिक्र करी भी मेरी हस्ती संसार ते कीड़ी वर्गी है। कीड़ी का मतलब जिहड़ा आया वही पैर थले मल गया, कोल कुछ नहीं।
ਸਿੱਖੀ ਦੇ ਅੰਦਰ ਕਿਸਮਤ ਦੇ ਅਰਥ ਬੜੇ ਹੋਰ ਨੇ। ਜਿਹਨੂੰ ਗੁਰੂ ਸਾਹਿਬ ਨੇ ਕਿਸਮਤ ਕਿਹਾ ਨਾ, ਉਹ ਬੜੀ ਹੋਰ ਤਰ੍ਹਾਂ ਦੀ। ਇੱਕ ਤਾਂ ਕਿਸਮਤ ਸੰਸਾਰੀ ਸੋਚ ਤੋਂ ਵੇਖੀਏ ਤੇ ਕਿਸਮਤ ਇੱਥੇ ਖੜੀ ਹੈ ਕਿ ਮਨੁੱਖ ਕੋਲ ਸੰਸਾਰੀ ਤੌਰ 'ਤੇ ਸੁੱਖ ਕਿੰਨੇ ਨੇ। ਗੁਰੂ ਸਾਹਿਬ ਕਹਿੰਦੇ ਇਹ ਕਿਸਮਤ ਨਹੀਂ, ਇਹ ਸਾਧਨ ਨੇ ਸਿਰਫ ਤੇਰੇ। ਤੂੰ ਇਹਨੂੰ ਕਿਸਮਤ ਕਦੀ ਨਾ ਕਵੀਂ। ਕਿਸਮਤ ਤਾਂ ਹੈ ਜੇ ਤੇਰੇ ਪੱਲੇ ਵਿੱਚ ਨਾਮ ਦਾ ਧਨ ਹੈ, ਜੇ ਤੇਰੇ ਪੱਲੇ ਵਿੱਚ ਅੰਮ੍ਰਿਤ ਵੇਲਾ ਹੈ, ਜੇ ਤੇਰੇ ਪੱਲੇ ਨਿਤਨੇਮ ਹੈ, ਜੇ ਤੂੰ ਗੁਰੂ ਕੀ ਬਾਣੀ ਨਾਲ ਪਿਆਰ ਕਰਨਾ, ਫਿਰ ਸਮਝ ਲੈ ਤੇਰੇ ਖਜ਼ਾਨੇ ਵਿੱਚ ਬਹੁਤ ਕੁਝ ਭਰਿਆ ਹੋਇਆ। ਤੇ ਜੇ ਤੂੰ ਇਹਨੂੰ ਕਿਸਮਤ ਕਹਿਣਾ ਹੈ ਵੀ ਮੇਰੇ ਕੋਲ ਕਿੰਨੇ ਲੱਖ ਨੇ, ਕਿੰਨੇ ਕਰੋੜ ਨੇ, ਕਿੰਨੀ ਜਾਇਦਾਦ ਹੈ, ਇਹ ਤੇਰਾ ਭੁਲੇਖਾ ਹੈ। ਕਿਉਂਕਿ ਇਹ ਤਾਂ ਉਹਨਾਂ ਚਿਰ ਹੀ ਰਹਿਣਗੇ ਨਾ ਜਿੰਨਾ ਚਿਰ ਤੇਰਾ ਸਰੀਰ ਹੈ। ਸਰੀਰ ਤੋਂ ਬਾਅਦ ਤਾਂ ਤੇਰੇ ਕੰਮ ਆਉਣ ਵਾਲੇ ਨਹੀਂ। ਤਾਂ ਕਿਸਮਤ ਕੀ ਹੈ ਸਿੱਖ ਦੀ? ਗੁਰੂ ਸਾਹਿਬ ਨੇ ਕਿਹਾ ਕੀੜੀ ਤੁਲ ਨਾ ਹੋਵਣੀ। ਉਹ ਕੀੜੀ ਵੀ ਵੱਡੀ ਹੈ, ਜਾਂ ਉਹ ਕੀੜੀ ਵਰਗਾ ਮਨੁੱਖ ਜਿਹਨੂੰ ਕੋਈ ਨਹੀਂ ਜਾਣਦਾ, ਉਹ ਵੀ ਮਹਾਨ ਹੈ ਜਿਹਦੇ ਮਨ ਦੇ ਵਿੱਚੋਂ ਅਕਾਲ ਪੁਰਖ ਦੀ ਕਦੀ ਯਾਦ ਅੰਦਰੋਂ ਟੁੱਟਦੀ ਨਹੀਂ। ਬੇਨਤੀ ਕਰ ਰਿਹਾ ਸਾਂ ਕਿ ਅਲੇਖ ਲਿਖਿਆ ਨਹੀਂ ਜਾਂਦਾ। ਸਾਹਿਬ ਕਹਿੰਦੇ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। ਅੱਗੇ ਫਿਰ ਹੋਰ ਇਸ ਸ਼ਬਦ ਦੇ ਨਾਲ ਮਿਲਦੇ ਬਚਨ ਕਹਿ ਦਿੱਤੇ, ਅੰਤ ਨਾ ਸਿਫਤੀ। ਜਦੋਂ ਉਹਦੀ ਸਿਫਤ ਕੀਤੀ, ਇੰਨਾ ਰਸ ਆਇਆ, ਇੰਨੇ ਆਨੰਦ ਦੀ ਪ੍ਰਾਪਤੀ ਹੋਈ ਵੀ ਸਿਫਤ ਦਾ ਅੰਤ ਹੀ ਨਹੀਂ ਆਉਂਦਾ ਪਿਆ। ਦੁਨੀਆ ਦੀ ਹਰ ਇੱਕ ਚੀਜ਼ ਤੋਂ ਮਨੁੱਖ ਅੱਕ ਜਾਏਗਾ। ਕੁਝ ਵੀ ਵੇਖੋਗੇ, ਦੁਨੀਆ ਦੇ ਸੰਸਾਰ ਦੇ ਜਿੰਨੇ ਭੋਗ ਨੇ ਦਿਨਾਂ ਵਿੱਚ ਛੋਟੇ ਹੋ ਜਾਂਦੇ ਨੇ। ਦਿਨਾਂ ਵਿੱਚ ਉਹਨਾਂ ਦਾ ਆਕਾਰ ਫਿੱਕਾ ਹੋ ਜਾਂਦਾ ਹੈ, ਛੋਟਾ ਹੋ ਜਾਂਦਾ ਹੈ, ਕਮੀ ਆ ਜਾਂਦੀ ਉਹਨਾਂ ਵਿੱਚ। ਭਾਵੇਂ ਵੱਡੇ ਤੋਂ ਵੱਡਾ ਰਸ ਲਵੋ, ਜ਼ੀਰੋ ਤੋਂ ਲੈ ਕੇ, ਇੱਕ ਤੋਂ ਲੈ ਕੇ ਵੱਧਦੇ ਜਾਓ ਅੱਗੇ। ਜਿੱਥੋਂ ਤੱਕ ਇਹ ਦੁਨੀਆ ਦੇ ਰਸ ਨੇ, ਦੁਨੀਆ ਦੀਆਂ ਸਾਧਨ ਔਰ ਸੁੱਖ ਨੇ, ਤੁਸੀਂ ਇੱਕ ਤੋਂ ਲੈ ਕੇ ਸ਼ੁਰੂ ਕਰ ਦਿਓ ਉਹਨਾਂ ਨੂੰ ਭੋਗਣਾ। ਇੱਕ ਨੂੰ ਅੱਜ ਪ੍ਰਾਪਤ ਕਰਾਂਗੇ, 2-3 ਦਿਨਾਂ ਬਾਅਦ ਉਹ ਫਿੱਕਾ ਹੋ ਜਾਏਗਾ, ਸਮਾਪਤੀ ਹੋ ਜਾਏਗੀ ਉਹਦੀ, ਖਤਮ ਹੋ ਜਾਏਗਾ। ਫਿਰ ਹੋਰ ਲਵੋਗੇ 2-4 ਦਿਨ ਉਹ ਕੱਢੇਗਾ, ਹੋਰ ਲਵੋਗੇ 2-4 ਦਿਨ ਬਾਅਦ ਉਹ ਵੀ ਆਮ ਬਣ ਜਾਏਗਾ। ਪਰ ਇੱਕ ਰਸ ਹੈ ਮਨੁੱਖੀ ਜੀਵਨ ਵਿੱਚ, ਉਹ ਹੈ ਅਕਾਲ ਪੁਰਖ ਦੀ ਸਿਫਤ ਦਾ ਰਸ। ਜਿੰਨੀ ਕਰੋਗੇ ਉਨਾ ਰਸ ਹੋਰ ਵਧੇਗਾ। ਜਿੰਨੀ ਸਿਫਤ ਵਧੇਗੀ ਉਨੀ ਖਿੱਚ ਵੱਧਦੀ ਜਾਏਗੀ, ਉਹਦੀ ਭੁੱਖ ਨਹੀਂ ਘਟੇਗੀ। ਇਸੇ ਕਰਕੇ ਉਹ ਸੁਖਦਾਈ ਹੈ, ਇਸੇ ਕਰਕੇ ਉਹ ਦੁੱਖ ਨਹੀਂ ਦਿੰਦਾ। ਉਹਨੂੰ ਜਿਉਂ-ਜਿਉਂ ਕਰਨੇ ਆ, ਜਿਉਂ-ਜਿਉਂ ਕਰੀ ਜਾਂਦੇ ਆ, ਉਹਦੀ ਭੁੱਖ ਹੋਰ ਵੱਧਦੀ ਜਾਂਦੀ ਹੈ, ਉਹਦੀ ਖਿੱਚ ਹੋਰ ਵੱਧਦੀ ਜਾਂਦੀ ਹੈ। ਤੇ ਜਿਹੜੀ ਚੀਜ਼ ਦੀ ਭੁੱਖ ਨਾ ਮਰੇ ਉਹਦਾ ਰਸ ਨਹੀਂ ਟੁੱਟਦਾ। ਜਿਹੜੀ ਚੀਜ਼ ਦੀ ਭੁੱਖ ਮਰ ਜਾਏ ਉਹਦਾ ਰਸ ਵੀ ਨਾਲੋਂ ਨਾਲ ਖਤਮ ਹੁੰਦਾ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਅੰਤ ਨਾ ਸਿਫਤੀ। ਮੈਂ ਤੇਰੀ ਅੰਤ ਬੜੇ ਸਾਲਾਂ ਤੋਂ ਸਿਫਤ ਕਰ ਰਿਹਾ, ਪਰ ਉਹਦਾ ਅੰਤ ਹੀ ਨਹੀਂ ਆ ਰਿਹਾ ਵੀ ਮੈਂ ਛੱਡ ਦਿਆਂ। ਤੁਸੀਂ ਕਲਗੀਆਂ ਵਾਲੇ ਦੇ ਜੀਵਨ ਵਿੱਚ ਪੜ੍ਹੋ, ਸਾਰੀ ਉਮਰ ਸਿਫਤ ਕਰਦੇ ਰਹੇ। ਸਾਰੀ ਉਮਰ ਉਹਨਾਂ ਦਾ ਜਿਹੜਾ ਅੰਦਰ ਦਾ ਧੁਰਾ ਸੀ ਸਦਾ ਨਾਮ ਨਾਲ ਜੁੜਿਆ ਰਹਿੰਦਾ ਸੀ। ਬਾਹਰੋਂ ਸ਼ਾਹੀ ਠਾਠ ਬਾਠ ਸੀ, ਬਾਹਰ ਕਲਗੀਆਂ ਲੱਗੀਆਂ ਹੋਈਆਂ ਸਨ, ਬਾਹਰ ਸ਼ਸਤਰ ਪਹਿਨੇ ਹੋਏ ਸਨ, ਘੋੜੇ ਸਨ, ਹਾਥੀ ਸਨ, ਸੋਨੇ ਦੀਆਂ ਮੋਹਰਾਂ, ਤੀਰਾਂ ਨੂੰ ਵੀ ਸੋਨਾ ਚੜਿਆ ਹੋਇਆ ਸੀ, ਰੱਥ ਸਨ, ਬੜਾ ਕੁਝ ਸੀ, ਸਿੰਘਾਸਨ ਲੱਗਦੇ ਸਨ, ਛਤਰ ਉੱਤੇ ਝੁੱਲਦੇ ਸਨ। ਪਰ ਸੱਚੇ ਪਾਤਸ਼ਾਹ ਨੇ ਇੱਕ ਬਚਨ ਕੀਤਾ ਸੀ, ਕਹਿੰਦੇ ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਜੇ ਤੇਰੀ ਯਾਦ ਨਹੀਂ, ਫਿਰ ਕਹਿੰਦੇ ਅਸੀਂ ਇਹਨਾਂ ਖੇੜਿਆਂ ਦਾ ਕੀ ਕਰਨਾ ਹੈ, ਤੇ ਮਿੱਟੀ ਵਰਗੇ ਨੇ, ਇਹਨਾਂ ਵਿੱਚੋਂ ਆਨੰਦ ਨਹੀਂ ਹੈ, ਇਹਨਾਂ ਵਿੱਚੋਂ ਸੁੱਖ ਨਹੀਂ, ਇਹਨਾਂ ਵਿੱਚੋਂ ਕੋਈ ਵੀ ਪ੍ਰਾਪਤੀ ਨਹੀਂ। ਤਾਂ ਨਾ ਵਿਸਰਨਾ ਇੱਕ ਪਲ ਲਈ, ਉਹਦੀ ਯਾਦ ਵਿੱਚ ਜਿਉਣਾ ਹੀ ਸਿੱਖ ਦਾ ਪਹਿਲਾ ਕਰਮ ਹੈ। ਦਿਨ ਰਾਤ ਸਭ ਤੋਂ ਪਹਿਲੀ ਰਹਿਤ ਸਿੱਖ ਦੀ ਇਹ ਹੈ। ਤੁਸੀਂ ਰਹਿਤ ਮਰਿਆਦਾ ਪੜ੍ਹਦੇ ਹੋ, ਬਹੁਤ ਵੱਡੀ ਗੱਲ ਹੈ। ਤੁਸੀਂ ਰਹਿਤ ਰੱਖੋ, ਸਰੀਰ ਦੀ ਰਹਿਤ ਰੱਖਣੀ ਸਿੱਖ ਲਈ ਅਤ ਜ਼ਰੂਰੀ ਹੈ।
ਜਦੋਂ ਗੁਰੂ ਕਲਗੀਆਂ ਵਾਲੇ ਕਹਿੰਦੇ ਮੈਨੂੰ ਸਿੱਖ ਨਹੀਂ ਪਿਆਰਾ, ਮੈਨੂੰ ਰਹਿਤ ਪਿਆਰੀ, ਬਿਲਕੁਲ ਸੱਚ ਹੈ। ਰਹਿਤ ਪਿਆਰੀ ਮੈਨੂੰ ਚੰਗੀ ਲੱਗਦੀ, ਮੈਨੂੰ ਸਿੱਖ ਇੰਨਾ ਚੰਗਾ ਨਹੀਂ ਲੱਗਦਾ ਜਿੰਨੀ ਉਹਦੀ ਰਹਿਣੀ ਚੰਗੀ ਲੱਗਦੀ ਹੈ। ਤਾਂ ਜਦੋਂ ਇਹ ਰਹਿਤ ਦੀ ਗੱਲ ਆਉਂਦੀ ਹੈ ਵੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਉੱਥੇ ਥੋੜ੍ਹਾ ਜਿਹਾ ਜਾਗ ਕੇ ਸੁਚੇਤ ਹੋ ਜਾਣਾ। ਕਿਉਂਕਿ ਅਸੀਂ ਜਿਹੜੇ ਅਰਥ ਕਰਾਂਗੇ ਰਹਿਤ ਦੇ, ਉਹ ਅਸੀਂ ਅੱਧ ਤੱਕ ਕਰਕੇ ਬੰਦ ਕਰ ਦਿੰਦੇ ਹਾਂ ਵੀ ਇੱਥੇ ਰਹਿਤ ਆ ਗਈ। ਅਸੀਂ ਰਹਿਤ ਦੇ ਅਰਥ ਸਿਰਫ ਕਰਨੇ ਆ ਬਈ ਇਹ ਪੰਜ ਕਕਾਰ, ਇਹ ਯਾਤਰਾ 'ਤੇ ਜਾਣਾ, ਇਹ ਫਤਿਹ ਉੱਚੀ ਬੁਲਾਉਣੀ, ਇਹ ਜਕਾਰਾ ਉੱਚੀ ਬੁਲਾਉਣਾ, ਇਹ ਰਹਿਤ ਹੈ, ਕੋਈ ਸ਼ੱਕ ਨਹੀਂ, ਬਿਲਕੁਲ ਰਹਿਤ ਹੈ। ਪਰ ਇਹ ਸਾਰੀ ਰਹਿਤ ਨਹੀਂ, ਇਹ ਰਹਿਤ ਦਾ ਕੁਝ % ਹੈ ਜਿਹਨੂੰ ਗੁਰੂ ਕਲਗੀਆਂ ਵਾਲੇ ਨੇ ਕਿਹਾ ਇਹ ਰਹਿਤ। ਹਾਂ, ਮੈਂ ਇਹ ਗੱਲ ਜ਼ਰੂਰ ਕਹਾਂ ਪਹਿਲਾਂ ਵੀ ਜਿੰਨਾ ਚਿਰ ਸਿੱਖ ਇਹ ਰਹਿਤ ਨਹੀਂ ਰੱਖਦਾ ਬਾਹਰਲੀ, ਪੰਜ ਕਕਾਰੀ, ਪੰਜ ਬਾਣੀਆਂ, ਗੁਰੂ ਤੇ ਭਰੋਸਾ, ਉਹਨਾਂ ਚਿਰ ਅੰਦਰਲੀ ਦੀ ਆਸ ਨਾ ਕਰੇ। ਇਹ ਜ਼ਰੂਰੀ ਹੈ। ਪਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ, ਆਪਾਂ ਇੱਕ ਸ਼ਬਦ ਵਰਤਨੇ ਆ ਗੁਰਦੁਆਰਾ। ਜਿਵੇਂ ਆਪਾਂ ਇੱਥੇ ਆਏ ਤੇ ਜਦੋਂ ਇੱਧਰਲੇ ਗੇਟ ਤੋਂ ਐਂਟਰੀ ਕੀਤੀ, ਉੱਥੋਂ ਹੀ ਗੁਰਦੁਆਰਾ ਸ਼ੁਰੂ ਹੋ ਜਾਂਦਾ ਹੈ। ਉਹ ਵੀ ਗੁਰਦੁਆਰਾ ਹੈ। ਉਹਨੂੰ ਅਸੀਂ ਕਵਾਂਗੇ, ਜੇ ਸਾਨੂੰ ਉੱਥੇ ਕੋਈ ਫੋਨ ਆ ਗਿਆ ਤੇ ਪੁੱਛੇਗਾ ਕਿੱਥੇ, ਅਸੀਂ ਕਵਾਂਗੇ ਗੁਰਦੁਆਰੇ ਵਿੱਚ ਹਾਂ, ਕਿਉਂਕਿ ਗੇਟ ਲੰਘ ਗਏ। ਪਰ ਕਦੀ ਖਿਆਲ ਕਰਨਾ ਵੀ ਉਹ ਗੁਰਦੁਆਰਾ ਨਹੀਂ, ਉੱਥੋਂ ਗੁਰਦੁਆਰਾ ਸ਼ੁਰੂ ਹੋਇਆ ਹੈ, ਗੁਰਦੁਆਰਾ ਉਹ ਨਹੀਂ ਹੈ। ਜੇ ਅਸੀਂ ਉਹਨੂੰ ਗੁਰਦੁਆਰਾ ਪੂਰਾ ਮੰਨ ਲਿਆ ਤੇ ਹੋ ਸਕਦਾ ਉੱਥੇ ਗੇੜੇ ਕੱਢ ਕੇ, ਫੁੱਲ ਵੇਖ ਕੇ, ਇੱਧਰ ਉੱਧਰ ਗੱਲਾਂ ਮਾਰ ਕੇ ਵਾਪਸ ਤੁਰ ਜਾਵਾਂਗੇ। ਗੁਰਦੁਆਰਾ ਹੈ ਨਹੀਂ ਸੀ, ਗੁਰਦੁਆਰੇ ਦੀ ਸ਼ੁਰੂਆਤ ਹੋਈ ਸੀ, ਉਹਦੇ ਤੋਂ ਅੱਗੇ ਆਉਣਾ ਪੈਣਾ ਸੀ। ਫਿਰ ਇਹ ਗੇਟ ਦੀ ਐਂਟਰੀ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਇਹ ਦੂਜਾ ਹਿੱਸਾ ਗੁਰਦੁਆਰੇ ਦਾ ਇੱਥੇ ਹੈ। ਫਿਰ ਇੱਥੇ ਵੀ ਪੂਰਾ ਗੁਰਦੁਆਰਾ ਨਹੀਂ। ਹੁਣ ਸਿੱਖ ਆਇਆ, ਉਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਤੇ ਫਿਰ ਉਹ ਚੌਂਕੜਾ ਲਾ ਕੇ ਬਹਿ ਗਿਆ ਆਨੰਦ ਨਾਲ। ਹੁਣ ਗੁਰਦੁਆਰੇ ਦੀ ਅਸਲੀਅਤ ਸ਼ੁਰੂ ਹੋਈ। ਉਹ ਕਿਹੜੀ? ਹੁਣ ਜਿਹੜਾ ਸ਼ਬਦ ਉਹਨੂੰ ਮਿਲ ਰਿਹਾ ਨਾ, ਕੀਰਤਨ ਦੇ ਰੂਪ ਵਿੱਚ, ਪਾਠ ਦੇ ਰੂਪ ਵਿੱਚ, ਕਥਾ ਦੇ ਰੂਪ ਵਿੱਚ, ਉਹ ਧਿਆਨ ਦੁਆਰਾ ਉਸ ਸ਼ਬਦ ਨੂੰ ਪੀਣ ਲੱਗ ਪਿਆ ਅੰਦਰ। ਹੁਣ ਗੁਰਦੁਆਰੇ ਦੇ ਵਿੱਚ ਚਲਾ ਗਿਆ। ਇਹ ਹੈ ਗੁਰਦੁਆਰਾ ਸਿੱਖ ਦਾ। ਇਸੇ ਤਰ੍ਹਾਂ ਰਹਿਤ ਹੈ। ਰਹਿਤ ਵੀ 3 ਪ੍ਰਕਾਰ ਦੀ ਹੈ। ਸਰੀਰ ਦੀ ਰਹਿਤ, ਸਰੀਰ ਤੇ ਗੁਰੂ ਦੀ ਮੱਤ ਨੂੰ ਧਾਰਨ ਕਰਨਾ ਪਹਿਲੀ ਰਹਿਤ ਹੈ। ਪਰ ਮੈਂ ਬੇਨਤੀ ਕਰ ਰਿਹਾ ਸੀ, ਅਸੀਂ ਇਸ ਰਹਿਤ ਦੀ ਵਿਆਖਿਆ ਕਰਕੇ ਬੰਦ ਕਰ ਦਿੰਦੇ ਹਾਂ ਵੀ ਖਾਲਸੇ ਦੀ ਹੋ ਗਈ ਰਹਿਤ ਪੂਰੀ। ਪਰ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਰਹਿਤ ਪਿਆਰੀ ਮੁਝ ਕੋ, ਉਹਨੂੰ ਲੱਭੀਏ। ਉਹ ਰਹਿਤ ਕਿਹੜੀ ਹੈ? ਉਹ ਰਹਿਤ ਅਗਲੀ ਇਹ ਹੈ ਵੀ ਮੇਰੇ ਸਿੱਖ ਨੂੰ ਦਿਨ ਰਾਤ ਨਾਮ ਨਹੀਂ ਭੁੱਲਦਾ, ਅੰਦਰ ਯਾਦ ਚੱਲਦੀ ਰਹਿੰਦੀ ਹੈ। ਉਹਨੂੰ ਕਿਹਾ ਗੁਰੂ ਸਾਹਿਬ ਨੇ ਵੀ ਇਹ ਰਹਿਤ ਮੈਨੂੰ ਪਿਆਰੀ ਲੱਗਦੀ, ਇਹ ਯਾਦ ਮੈਨੂੰ ਪਿਆਰੀ ਲੱਗਦੀ, ਜਿਹੜੀ ਸਿੱਖ ਦੇ ਅੰਦਰ ਦਿਨ ਰਾਤ ਸ਼ਬਦ ਦੀ ਇੱਕ ਤਾਰ ਵੱਜਦੀ ਰਹਿੰਦੀ, ਨਾਮ ਦੀ ਤਾਰ ਗੂੰਜਦੀ ਰਹਿੰਦੀ। ਜੇ ਇਹ ਨਹੀਂ ਤੇ ਐਵੇਂ ਤੁਹਾਡੇ ਮਨ ਨੂੰ ਚੋਟ ਨਾ ਲੱਗੇ, ਰਹਿਤ ਕੋਈ ਨਹੀਂ। ਜੇ ਐਵੇਂ ਪਖੰਡੀ ਬਣਾਇਆ ਹੋਇਆ ਅੰਦਰ, ਜੇ ਸ਼ਬਦ ਨਹੀਂ ਨਾ, ਨਾਮ ਨਹੀਂ ਹੈ, ਭੁਲੇਖੇ ਵਿੱਚ ਨਾ ਰਹਿਣਾ। ਤੇ ਇਹ ਗੱਲ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਤੁਹਾਡੇ ਗਿਆਨੀਆਂ ਧਿਆਨੀਆਂ ਨੇ ਤੁਹਾਨੂੰ ਬਹੁਤ ਪੱਠੇ ਪਾਉਣੇ ਨੇ ਵੀ ਤੁਸੀਂ ਬੜੇ ਵੱਡੇ ਰਹਿਤਵਾਨ ਹੋ। ਕਿਉਂ? ਜਕਾਰਾ ਬੜੀ ਉੱਚੀ ਬੁਲਾਉਂਦੇ ਹੋ, ਗੁਰਪੁਰਬ ਕਰਾਉਂਦੇ ਹੋ, ਆਏ ਸਾਲ ਲੰਗਰ ਲਾਉਂਦੇ ਹੋ, ਬੜੇ ਵੱਡੇ ਰਹਿਤਵਾਨ। ਉਹਨਾਂ ਨੇ ਪੱਠੇ ਪਾਉਣੇ ਨੇ ਤੁਹਾਨੂੰ, ਕਿਉਂਕਿ ਤੁਸੀਂ ਵੀ ਆਪਣੇ ਪੱਠੇ ਹੰਕਾਰ ਦੀਆਂ ਪੂਜਾਵਾਂ ਕਰਾ ਕੇ ਖੁਸ਼ ਰਹਿੰਦੇ। ਉਹ ਕਹਿਣਗੇ ਜ਼ਰੂਰ, ਕਿਉਂਕਿ ਜੇ ਉਹਨਾਂ ਨੇ ਤੁਹਾਨੂੰ ਸੱਚਾਈ ਦੱਸੀ ਵੀ ਤੁਸੀਂ ਗਲਤ ਜਾ ਰਹੇ ਹੋ ਤੇ ਤੁਸੀਂ ਉਹਨਾਂ ਨੂੰ ਅਗਲੀ ਵਾਰੀ ਬੁਲਾਉਣਾ ਨਹੀਂ, ਤੇ ਉਹਨਾਂ ਵਾਰ-ਵਾਰ ਆਉਣਾ ਤੁਹਾਡੇ ਕੋਲ, ਲਿਫਾਫਾ ਲੈਣਾ ਹੈ, ਸੱਚ ਨਹੀਂ ਕਹਿਣਾ।
ਉਹ ਤੁਹਾਨੂੰ ਕਦੀ ਨਹੀਂ ਠੁਕਰਾਉਣਗੇ, ਚੋਟ ਨਹੀਂ ਲੱਗਣ ਦੇਣਗੇ ਤੁਹਾਡੇ ਝੂਠ ਨੂੰ। ਪਰ ਉਹ ਗੁਰੂ ਕੀ ਮਤ ਨਹੀਂ ਹੈ। ਗੁਰੂ ਕੀ ਮਤ ਇੱਥੇ ਸੀਮਤ ਨਹੀਂ। ਉਹ ਮਤ ਕਹਿੰਦੀ ਹੈ ਵੀ ਜਿਸ ਸਿੱਖ ਦੇ ਮਨ ਦੇ ਵਿੱਚ ਗੁਰੂ ਕਾ ਸ਼ਬਦ ਨਹੀਂ ਹੈ, ਬਾਣੀ ਦਾ ਨਿਵਾਸ ਨਹੀਂ ਹੈ, ਸਿੱਖ ਨਾਮ ਨਾਲ ਨਹੀਂ ਜੁੜਿਆ ਹੋਇਆ, ਉਹ ਸਿੱਖ ਰਹਿਤਵਾਨ ਨਹੀਂ ਹੈ, ਉਹ ਖਾਲਸਾ ਨਹੀਂ ਹੈ। ਉਹ ਰਾਹ ਵਿੱਚ ਅਟਕ ਗਿਆ, ਉਹਨੇ ਸੱਚ ਨੂੰ ਨਹੀਂ ਕਿਹਾ, ਸੱਚ ਨੂੰ ਨਹੀਂ ਜਾਣਿਆ। ਇਸ ਲਈ ਕਲਗੀਆਂ ਵਾਲੇ ਪਾਤਸ਼ਾਹ ਦਾ ਆਪਣਾ ਜੀਵਨ ਦਿਨ ਰਾਤ ਨਾਮ ਵਿੱਚ ਜੁੜੀ ਹੋਈ ਇੱਕ ਜੀਵਨ ਯਾਤਰਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਉਹਨਾਂ ਦਾ ਇੱਕ ਪੂਰਾ ਜੀਵਨ ਲਿਖਿਆ, ਗੁਰੂ ਕਲਗੀਧਰ ਚਮਤਕਾਰ ਹੈ। ਵੈਸੇ ਚਮਤਕਾਰ ਹੀ, ਬੜੀ ਬਖੂਬੀ ਨਾਲ ਲਿਖਿਆ, ਨੇੜੇ ਹੋ ਕੇ ਲਿਖਿਆ। ਭਾਵੇਂ ਕਿ ਉਹਦੇ ਵਿੱਚ ਕੁਝ ਲੋਕ ਨੁਕਸ ਕੱਢਦੇ ਹੋਣ ਵੀ ਇੱਥੇ ਇਤਿਹਾਸ ਨਹੀਂ, ਇੱਥੇ ਇਹ ਨਹੀਂ, ਪਰ ਜਿਹੜੇ ਗੁਰੂ ਦੇ ਨੇੜੇ ਹੋ ਜਾਂਦੇ ਨੇ ਉਹਨਾਂ ਨੂੰ ਇਤਿਹਾਸ ਦੀ ਲੋੜ ਨਹੀਂ ਪੈਂਦੀ। ਮੈਂ ਬੇਨਤੀ ਕਰਾਂ, ਜਿਹੜੇ ਗੁਰੂ ਦੇ ਬਹੁਤੇ ਨੇੜੇ ਹੋ ਜਾਂਦੇ ਨਾ, ਮੈਂ ਇੱਥੇ ਇੱਕ ਉਦਾਹਰਨ ਦੇ ਦਿਆਂ। ਜੇ ਬੱਚੇ ਨੇ ਪੈਦਲ ਤੁਰਨਾ ਹੋਵੇ ਨਾ, ਉਹਨੂੰ ਜੁੱਤੀ ਦੀ ਲੋੜ ਹੈ, ਕੰਡਾ ਨਾ ਚੁੱਭ ਜਾਏ, ਜੋੜੇ ਦੀ ਲੋੜ ਹੈ। ਬੱਚੇ ਨੇ ਪੈਦਲ ਤੁਰਨਾ ਹੈ, ਨੰਗੇ ਪੈਰ ਨਹੀਂ ਹੋਣਾ ਚਾਹੀਦਾ, ਉਹਨੂੰ ਲੋੜ ਹੈ ਜੁੱਤੀ ਦੀ, ਜੋੜੇ ਦੀ। ਪਰ ਜਿਸ ਬੱਚੇ ਨੂੰ ਉਹਦੀ ਮਾਂ ਆਪਣੀ ਗੋਦ ਵਿੱਚ ਚੁੱਕ ਕੇ ਤੁਰਨ ਲੱਗ ਪਏ, ਉਹਨੂੰ ਜੁੱਤੀ ਦੀ ਲੋੜ ਨਹੀਂ ਜੇ ਪੈਂਦੀ, ਨੰਗੇ ਪੈਰ ਹੀ ਚੁੱਕ ਲੈਂਦੀ, ਨਾ ਉਹਨੂੰ ਕੰਡਾ ਵੱਜਦਾ, ਜ਼ਰੂਰਤ ਹੀ ਨਹੀਂ ਹੈ, ਜ਼ਰੂਰਤ ਖਤਮ ਹੋ ਗਈ। ਤਾਂ ਬਹੁਤੀਆਂ ਗਿਣਤੀਆਂ ਮਿੰਤੀਆਂ ਦੀ ਲੋੜ ਪੈਂਦੀ ਮਨੁੱਖ ਨੂੰ ਜਦੋਂ ਗੁਰੂ ਤੋਂ ਦੂਰ ਹੈ। ਜਿੱਦਣ ਗੁਰੂ ਦੀ ਗੋਦ ਵਿੱਚ ਆ ਗਿਆ, ਗਿਣਤੀਆਂ ਖਤਮ ਹੋ ਗਈਆਂ, ਉੱਥੇ ਅੱਗੇ ਪਿੱਛੇ ਹੋ ਜਾਣ। ਜੁੱਤੀ ਦੀ ਲੋੜ ਕੀ ਹੈ, ਲੈ ਗਈ ਪੈਰੋਂ, ਪਵੇ ਨਾ ਪਵੇ, ਸਗੋਂ ਜੁੱਤੀ ਬੋਝ ਬਣ ਜਾਏਗੀ, ਉਹ ਅੜੇਗੀ ਮਾਂ ਨੂੰ। ਜਿਸ ਦਿਨ ਸਿੱਖ ਗੁਰੂ ਦੇ ਬਿਲਕੁਲ ਨੇੜੇ ਹੋ ਜਾਂਦਾ, ਉਸ ਦਿਨ ਤਰਕ ਵਿਤਰਕ ਹਿਸਾਬ ਕਿਤਾਬ, ਕਿੰਨੇ ਸ਼ਬਦ ਨੇ, ਕਿੰਨੇ ਪੰਨੇ ਤੇ ਹੈ, ਇਹ ਚੀਜ਼ਾਂ ਅੜਦੀਆਂ ਨੇ ਫਿਰ ਰਾਜ। ਇਤੀ ਮੱਝ ਨਾ ਸਮਾਵਹੀ, ਜੇ ਗੱਲ ਪਹਿਰਾਂ ਹਾਰ, ਫਿਰ ਤੇ ਹਾਰ ਵੀ ਅੜਦਾ ਹੈ। ਜੇ ਮਾਂ ਨੇ ਹਾਰ ਪਾਇਆ ਹੋਵੇ ਨਾ ਗਲ ਵਿੱਚ, ਤੇ ਬੱਚੇ ਨੂੰ ਚੁੱਕਿਆ ਹੋਵੇ ਗੋਦ ਨਾਲ, ਤੇ ਬੱਚੇ ਦਾ ਮਨ ਕਰੇ ਵੀ ਮਾਂ ਨੂੰ ਗਲਵੱਕੜੀ ਪਾਵਾਂ, ਤੇ ਹਾਰ ਚੁੱਭਦਾ ਅੱਗੋਂ। ਉਹ ਕਹਿੰਦਾ ਮਾਂ ਇਹਨੂੰ ਪਰਾਂ ਕਰ, ਹੈ ਬੜਾ ਕੀਮਤੀ। ਗਿਆਨ ਕੀ ਹੈ, ਸਮਝ ਕੀ ਹੈ, ਬਾਹਰਲੀ ਰਹਿਤ ਕੀ ਹੈ, ਹਾਰ ਵਰਗੀ ਇਹ ਕੀਮਤੀ ਹੈ। ਪਰ ਇੱਕ ਸਮਾਂ ਆਉਂਦਾ ਹੈ ਜਦੋਂ ਉਹਦੀ ਕੀਮਤ ਨਹੀਂ ਰਹਿੰਦੀ। ਹਾਂ, ਇਹ ਚਾਹੀਦੀ ਜ਼ਰੂਰ ਹੈ, ਰੱਖਣੀ ਚਾਹੀਦੀ ਹੈ। ਪਰ ਮੈਂ ਜਿਹੜੀ ਗੱਲ ਕਰ ਰਿਹਾ ਸੀ, ਗੁਰੂ ਗੋਬਿੰਦ ਸਿੰਘ ਦਾ ਸਿੱਖ ਭਾਈ ਵੀਰ ਸਿੰਘ ਜੀ ਨੇ ਲਿਖਿਆ, ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ 42 ਸਾਲ ਦੇ ਜੀਵਨ ਦੇ ਇੱਕ ਇੱਕ ਮਿੰਟ ਨੂੰ, ਇੱਕ ਇੱਕ ਪਲ ਨੂੰ ਨੇੜਿਓਂ ਹੋ ਕੇ ਵੇਖਣ ਦਾ ਯਤਨ ਕੀਤਾ ਕਿ ਕਿਤੇ ਉਸ ਗੁਰੂ ਦੇ ਮਨ ਵਿੱਚੋਂ ਰੱਬ ਦੀ ਯਾਦ ਨਿਕਲੀ ਹੋਵੇ ਕਿਸੇ ਸਮੇਂ। ਕਹਿੰਦੇ ਮੈਨੂੰ ਨਹੀਂ ਇੱਕ ਮਿੰਟ ਵੀ ਲੱਭਿਆ, ਇੱਕ ਪਲ ਵੀ ਲੱਭਿਆ ਵੀ ਜਿੱਥੇ ਮੈਂ ਇਹ ਵੇਖ ਸਕਾਂ ਵੀ ਗੁਰੂ ਗੋਬਿੰਦ ਸਿੰਘ ਅੱਜ ਉਹਨਾਂ ਨੇ ਨਿਤਨੇਮ ਨਹੀਂ ਕੀਤਾ, ਅੱਜ ਸ਼ਾਮ ਦਾ ਰਹਿ ਰਾਸ ਨਹੀਂ ਹੋਇਆ, ਕਿਤੇ ਨਹੀਂ ਦਿਸਿਆ। ਤੇ ਇੱਕ ਉਹ ਬੜੀ ਪਿਆਰੀ ਘਟਨਾ ਲਿਖਦੇ ਨੇ, ਕਹਿੰਦੇ ਜਿੱਦਣ ਚਮਕੌਰ ਸਾਹਿਬ ਗਏ ਸੀ, ਅਜੇ ਗੜੀ ਵਿੱਚ ਪ੍ਰਵੇਸ਼ ਨਹੀਂ ਸੀ ਹੋਏ, ਭੱਜ ਦੌੜ ਕਰਦਿਆਂ ਨਾਲ ਦੇ ਸਿੱਖ ਰੁੜ ਗਏ, ਪਰਿਵਾਰ ਵਿਛੜ ਗਿਆ, 40 ਕੁ ਸਿੱਖ ਬਚੇ। ਤੇ ਚਮਕੌਰ ਸਾਹਿਬ ਆ ਗਏ, ਜੇ ਗੜੀ ਵਿੱਚ ਨਹੀਂ ਸੀ ਗਏ। ਤੇ ਬਾਹਰਲੇ ਪਾਸੇ ਇੱਕ ਬਾਗ ਸੀ, ਬਾਗ, ਉੱਥੇ ਜਦੋਂ ਲੰਘਣ ਲੱਗੇ ਤੇ ਇੱਧਰੋਂ ਸੂਰਜ ਨੇ ਇਸ਼ਾਰਾ ਕੀਤਾ ਵੀ ਸਮਾਂ ਹੋ ਗਿਆ ਹੈ। ਕਾਹਦਾ? ਰਹਿ ਰਾਸ ਦਾ ਸਮਾਂ ਹੋ ਗਿਆ, ਸੋਦਰ ਦਾ। ਹਜ਼ੂਰ ਨੇ ਆਪਣੇ ਘੋੜੇ ਦੀ ਵਾਗ ਖਿੱਚ ਲਈ, ਰੁਕ ਗਏ। ਪਿੱਛੋਂ ਇੱਕ ਅਸਵਾਰ ਦੌੜਦਾ ਹੋਇਆ ਆਇਆ, ਹੈ ਸੀ ਉਹ ਮੁਸਲਮਾਨ। ਉਹਨੇ ਖਬਰ ਦਿੱਤੀ, ਮਹਾਰਾਜ ਨਵੀਂ ਫੌਜ ਦਿੱਲੀ ਵੱਲੋਂ ਤੁਹਾਡੇ ਵੱਲ ਬੜੀ ਤੇਜ਼ੀ ਨਾਲ ਵੱਧਦੀ ਆ ਰਹੀ ਹੈ। ਹਜ਼ੂਰ ਕਹਿੰਦੇ ਕਿੰਨੀ ਕੁ ਦੂਰ ਹੈ? ਕਹਿੰਦੇ ਸਵੇਰ ਤੱਕ ਪੁੱਜ ਜਾਏਗੀ, ਕੋਈ ਪ੍ਰਬੰਧ ਕਰੋ। ਕਹਿੰਦੇ ਪ੍ਰਬੰਧ ਫਿਰ ਕਰਾਂਗੇ, ਪਹਿਲਾਂ ਰਹਿ ਰਾਸ ਕਰ ਲਈਏ।
ਪ੍ਰਬੰਧ ਫਿਰ ਕਰਾਂਗੇ। ਕਿੱਡੀ ਵੱਡੀ ਗੱਲ ਹੈ। ਸਾਡਾ ਤਾਂ ਨਿਤਨੇਮ ਉਸ ਦਿਨ ਹੀ ਬਦਲ ਜਾਂਦਾ ਹੈ ਜਿਸ ਦਿਨ ਕੋਈ ਸਾਡੇ ਘਰ ਇੱਕ ਪ੍ਰਾਹੁਣਾ ਆ ਜਾਏ, ਕੋਈ ਰਿਸ਼ਤੇਦਾਰ ਆ ਜਾਏ। ਸਾਡਾ ਤਾਂ ਨਿਤਨੇਮ ਉਸ ਦਿਨ ਹੀ ਟੁੱਟ ਜਾਂਦਾ ਹੈ। ਅਸੀਂ ਬਦਲੀ ਕਰ ਲੈਂਦੇ ਹਾਂ ਵੀ ਚਲੋ ਛੱਡੋ, ਅੱਜ ਨਹੀਂ ਕਰਨਾ। ਅਸੀਂ ਤਾਂ ਛੋਟੀ ਜਿਹੀ ਗੱਲ ਤੋਂ ਤਬਦੀਲੀ ਕਰ ਲੈਂਦੇ, ਪਰ ਗੁਰੂ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ। ਅੱਜ ਪਰਿਵਾਰ ਵੀ ਕੋਲ ਨਹੀਂ ਅੱਧਾ ਰਿਹਾ, ਮਾਂ ਨਹੀਂ ਹੈ, ਪਤਨੀਆਂ ਨਹੀਂ ਹਨ, ਛੋਟੇ ਛੋਟੇ ਬੱਚੇ ਵੀ ਕਿੱਧਰ ਚਲੇ ਗਏ, ਇਹ ਵੀ ਫਿਕਰ ਨਹੀਂ ਉਹਨਾਂ ਦਾ ਪਤਾ ਪਹਿਲਾਂ ਕਰਾਂ। ਨਹੀਂ ਤਾਂ 40 ਸਿੱਖ ਕੋਲ ਸਨ, ਵਿੱਚੋਂ ਇੱਕ ਭੇਜਿਆ ਜਾ ਸਕਦਾ ਸੀ ਵੀ ਜਾਓ ਤੁਸੀਂ ਪਤਾ ਕਰਕੇ ਆਓ। ਤੁਸੀਂ ਇਤਿਹਾਸ ਵਿੱਚ ਕਿਤੇ ਪੜ੍ਹਿਆ ਵੀ ਗੁਰੂ ਗੋਬਿੰਦ ਸਿੰਘ ਨੇ 2 ਸਿੱਖ ਭੇਜੇ ਸਨ ਛੋਟੇ ਸਾਹਿਬਜ਼ਾਦਿਆਂ ਨੂੰ ਲੱਭਣ ਵਾਸਤੇ? ਨਹੀਂ ਭੇਜੇ। ਉੱਥੇ ਕਹਿੰਦੇ ਨੇ ਉਸ ਬਾਗ ਦੇ ਵਿੱਚ ਘੋੜੇ ਤੋਂ ਉਤਰ ਗਏ ਤੇ ਭਾਈ ਦਇਆ ਸਿੰਘ ਜਿਹੜੇ ਨੇੜੇ ਹੁੰਦੇ ਸਨ ਕਹਿੰਦੇ ਜਲ ਲੈ ਕੇ ਆਓ। ਜਲ ਆ ਗਿਆ। ਜਲ ਦੇ ਨਾਲ 5 ਇਸ਼ਨਾਨਾ ਕੀਤਾ। ਇਹ ਸਿੱਖ ਦੀ ਰਹਿ ਰਾਸ ਦੀ ਮਰਿਆਦਾ ਹੈ, ਕਿਉਂਕਿ ਜਿਹੜਾ ਸਵੇਰ ਦਾ ਨਿਤਨੇਮ ਹੈ ਉਹ ਤੇ ਹੋਰ ਢੰਗ ਦਾ। ਸ਼ਾਮ ਨੂੰ ਵੀ ਜਿਹੜਾ ਸਿੱਖ ਰਹਿ ਰਸ ਕਰਦਾ ਹੈ ਉਹਦੀ ਮਰਿਆਦਾ ਇਹ ਹੈ ਵੀ ਉਹ 5 ਇਸ਼ਨਾਨਾ ਜ਼ਰੂਰ ਕਰੇ। ਇੱਕ ਵਾਰੀ 4 ਛਿੱਟਾਂ ਪੈਰਾਂ ਤੇ ਮੂੰਹ ਤੇ ਪਾਏ ਪਾਣੀ ਦੀਆਂ, ਮਨ ਜੁੜਦਾ ਹੈ, ਮਨ ਇਕਾਗਰ ਹੁੰਦਾ ਹੈ। ਯਤਨ ਕਰੇ, ਜੇ ਸਮਾਂ ਬਣੇ ਤੇ ਬਹਿ ਕੇ ਕਰੇ, ਚੌਂਕੜਾ ਮਾਰ ਕੇ। ਚਲੋ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਤੇ ਤੁਰ ਕੇ ਵੀ ਕਰ ਸਕਦਾ ਹੈ, ਪਰ ਜੇ ਹੋ ਸਕੇ ਬਹਿ ਕੇ ਕਰੇ। ਤੇ ਸ਼ਾਮ ਦਾ ਨਿਤਨੇਮ ਛੋਟਾ ਹੁੰਦਾ, ਉਹਨੂੰ ਸਮਾਂ ਲਾ ਕੇ ਕਰੇ, ਪੂਰਾ ਆਰਾਮ ਨਾਲ 25 ਮਿੰਟ ਲਾਏ। ਫਿਰ ਕੋਈ ਗੱਲ ਲੇਖੇ ਵਿੱਚ ਸ਼ੁਰੂ ਹੁੰਦੀ। ਹਜ਼ੂਰ ਉੱਥੇ ਬੈਠ ਗਏ, ਸੋਦਰ ਦੀ ਗੱਲ ਸ਼ੁਰੂ ਹੋ ਗਈ। ਸੋਦਰ ਦਾ ਕੀਰਤਨ ਹੋਇਆ, ਰਹਿ ਰਾਸ ਸਾਹਿਬ ਹੋਈ, ਬਾਣੀ ਪੜ੍ਹੀ ਗਈ, ਭੋਗ ਪਿਆ, ਸਮਾਪਤੀ ਹੋਈ, ਸ਼ੁਕਰਾਨਾ ਕੀਤਾ, ਅਰਦਾਸ ਹੋਈ। ਤਾਂ ਇਹ ਸਾਰਾ ਕੁਝ ਕਿਉਂ ਹੈ? ਕਿਉਂਕਿ ਇੱਕ ਸਿੱਖ ਦੀ ਤਸਵੀਰ ਘੜ ਰਹੇ ਨੇ ਕਿ ਸਿੱਖ ਕੌਣ ਹੈ ਜਿਹੜਾ ਇੰਨੀ ਮੁਸੀਬਤ ਵਿੱਚ ਵੀ ਬਾਣੀ ਤੋਂ ਪਾਸੇ ਨਹੀਂ ਜਾਂਦਾ, ਸ਼ਬਦ ਤੋਂ ਪਾਸੇ ਨਹੀਂ ਜਾਂਦਾ। ਉਹ ਸਿੱਖ ਹੈ। ਤੇ ਸਿੱਖ ਨੇ ਤੇ ਕਦੀ ਪਾਸਾ ਪਲਟ ਕੇ ਵੇਖੇ ਨਹੀਂ ਗੁੜਕੇ ਦਾ। ਉਹ ਕਹਿੰਦਾ ਮੈਂ ਖਾਲਸਾ ਹਾਂ। ਕਿੱਧਰੋਂ ਹੋ ਗਿਆ ਖਾਲਸਾ? ਗੁਰੂ ਗੋਬਿੰਦ ਸਿੰਘ ਨਾਲ ਮਿਲਦਾ ਕੀ ਉਹਦਾ? ਅਸੀਂ ਕਿਵੇਂ ਦੀ ਸਿੱਖੀ ਦੀ ਵਿਆਖਿਆ ਕਰ ਦਿੱਤੀ? ਇੱਕ ਤਾਂ ਉਹ ਨੇ ਜਿਨ੍ਹਾਂ ਦੇ ਨਾਂ ਚਿਹਰੇ ਤੇ ਕੇਸ ਨੇ, ਨਾ ਸਿਰ ਤੇ ਕੇਸ ਨੇ, ਉਹ ਜੁਝਾਰੂਆਂ ਦੀਆਂ ਗੱਲਾਂ ਕਰਦੇ ਨੇ, ਉਹ ਕੁਰਬਾਨੀ ਦੀਆਂ ਗੱਲਾਂ ਕਰਦੇ। ਕਹਿੰਦੇ ਚਲੋ ਅਸੀਂ ਕੇਸ ਹੀ ਨਹੀਂ ਰੱਖੇ, ਕੁਰਬਾਨੀ ਤਾਂ ਕਰਨ ਨੂੰ ਤਿਆਰ ਹਨ। ਕੀ ਕੁਰਬਾਨੀ ਹੈ? ਕਿੱਥੇ ਕੁਰਬਾਨੀ ਕਰੋਗੇ? ਕਿਹੜਾ ਤਰੀਕਾ ਹੈ? ਜਦੋਂ ਮੂਲ ਸਿਧਾਂਤ ਹੀ ਛੱਡ ਦਿੱਤਾ, ਜਿਸ ਵਾਸਤੇ ਸ਼ਹਾਦਤਾਂ ਹੋਈਆਂ ਨੇ, ਜਿਸ ਵਾਸਤੇ ਕੁਰਬਾਨੀਆਂ ਹੋਈਆਂ ਨੇ, ਜਿਨ੍ਹਾਂ ਕੇਸਾਂ ਵਾਸਤੇ, ਜਿਸ ਸਿੱਖੀ ਵਾਸਤੇ, ਜਿਨ੍ਹਾਂ ਕਕਾਰਾਂ ਵਾਸਤੇ, ਜਦੋਂ ਉਹਨੂੰ ਹੀ ਵੱਢ ਕੇ ਪਾਸੇ ਕਰ ਦਿੱਤਾ ਤੇ ਕੁਰਬਾਨੀ ਸਵਾਹ ਕਰਨੀ, ਫਿਰ ਕਾਹਦੇ ਵਾਸਤੇ ਕੁਰਬਾਨੀ ਕਰੋਗੇ? ਕਿਹੜੀ ਚੀਜ਼ ਦੀ ਕੁਰਬਾਨੀ ਹੈ? ਇਹ ਕੁਰਬਾਨੀ ਨਹੀਂ ਹੈ, ਇਹ ਕੁਰਬਾਨੀ ਨੂੰ ਮਖੌਲ ਹੈ। ਪਹਿਲਾਂ ਸਿੱਖ ਬਣੀਏ, ਪਹਿਲਾਂ ਸਿੱਖ ਬਣੀਏ, ਕੁਰਬਾਨੀ ਫਿਰ ਹੋਵੇ ਸਵਾਦ। ਸਿੱਖ ਹੋ ਕੇ ਮਰੀਏ, ਸਿੱਖ ਹੋ ਕੇ। ਆ ਇੱਥੇ ਮਹਾਂਪੁਰਸ਼ਾਂ ਕੋਲ ਕੋਈ ਜਗਿਆਸੂ ਆਇਆ ਸੀ, ਮੈਂ ਉਹਦੀ ਗੱਲ ਸੁਣ ਰਿਹਾ ਸੀ, ਦੱਸ ਰਿਹਾ ਸੀ। ਕਹਿੰਦੇ ਅਸੀਂ ਆਏ ਸੀ ਕਈ ਸਾਲ ਪਹਿਲਾਂ, ਤੇ ਕਹਿੰਦੇ ਇੱਕ ਬਜ਼ੁਰਗ ਨੇ ਪੁੱਛਿਆ ਵੀ ਮੌਤ ਦਾ ਕੋਈ ਪਤਾ ਨਹੀਂ ਕਦੋਂ ਆ ਜਾਏ, ਵੀ ਮੌਤ ਬੜੀ ਨੇੜੇ, ਵੀ ਕੀ ਕਰਨਾ ਚਾਹੀਦਾ ਹੁਣ? ਬਜ਼ੁਰਗ ਕਿਤੇ 80 ਸਾਲ ਦਾ ਹੋਵੇਗਾ, ਉਹਨੇ ਪੁੱਛ ਲਿਆ। ਜਵਾਬ ਉਹਨਾਂ ਨੇ ਬੜਾ ਪਿਆਰਾ ਦਿੱਤਾ। ਕਹਿੰਦੇ ਜਾਓ ਰੱਬ ਨਾਲ ਜੁੜ ਕੇ ਮਰ ਜਾਓ, ਰੱਬ ਨਾਲ ਜੁੜ ਕੇ ਮਰੋ। ਤੇ ਸਾਡੀ ਕੁਰਬਾਨੀ ਕੀ ਕਰੇਗੀ ਜੇ ਅਸੀਂ ਗੁਰੂ ਨਾਲ ਹੀ ਨਹੀਂ ਜੁੜੇ ਹੋਏ? ਸਾਡੇ ਕੋਲ ਕੇਸ ਹੀ ਨਹੀਂ, ਤਾਂ ਹੁੱਲੜਬਾਜ਼ੀ ਹੋ ਸਕਦੀ, ਕੁਰਬਾਨੀ ਨਹੀਂ ਹੋ ਸਕਦੀ। ਪਹਿਲਾਂ ਆਪਣੇ ਆਪ ਨੂੰ ਸ਼ੁੱਧ ਕਰ ਲੈਣਾ ਚਾਹੀਦਾ। ਸਾਡੀ ਗਲਤੀ ਇਹ ਹੋਈ, ਅਸੀਂ ਸਿੱਖ ਬਣੇ ਨਹੀਂ, ਪਹਿਲਾਂ ਸਿੱਖਾਂ ਵਾਸਤੇ ਘਰ ਲੱਭਣ ਲੱਗ ਪਏ। ਸਿੱਖ ਬਣੀਏ ਪਹਿਲਾਂ, ਘਰ ਆਪੇ ਬਣ ਜਾਏਗਾ। ਇਸ ਕਰਕੇ ਬੇਨਤੀ ਕਰ ਰਿਹਾ ਸੀ ਵੀ ਗੁਰੂ ਕਲਗੀਆਂ ਵਾਲੇ ਦਾ ਸਿੱਖ ਕੌਣ, ਖਾਲਸਾ ਕੌਣ? ਜਿਹੜਾ ਬਾਹਰਲੀ ਰਹਿਤ ਦੇ ਨਾਲ ਨਾਲ ਅੰਦਰੋਂ ਜੁੜਿਆ ਹੋਇਆ ਨਾਮ ਨਾਲ, ਬਾਣੀ ਨਾਲ, ਸ਼ਬਦ ਨਾਲ। ਤੇ ਉਹ ਐਸੀ ਦਸ਼ਾ ਵਿੱਚ ਜਦੋਂ ਉਸ ਰਸ ਵਿੱਚ ਜਾਂਦਾ ਹੈ
ਤੇ ਉੱਥੇ ਵੇਖਦਾ ਉਸ ਨੂੰ ਪਾਉਂਦਾ ਵੀ ਉਹ ਤਾਂ ਅਲੇਖ, ਕੋਈ ਲੇਖਾ ਨਹੀਂ। ਤਾਂ ਹੀ ਸਾਹਿਬ ਨੇ ਕਿਹਾ ਅੰਤ ਨਾ ਸਿਫਤੀ ਕਹਿਣ ਨਾ ਅੰਤ। ਸਿਫਤ ਕਰਨ ਵਾਲਿਆਂ ਨੇ ਜਦੋਂ ਦੀਦਾਰ ਕੀਤੇ ਕਹਿੰਦੇ ਤੇਰੀ ਸਿਫਤ ਦਾ ਕੋਈ ਅੰਤ ਨਹੀਂ। ਅੰਤ ਨਾ ਕਰਨਾ, ਕਰਨਾ ਦਾ ਅਰਥ ਹੈ ਤੇਰੇ ਚੋਜਾਂ ਦਾ ਵੀ ਕੋਈ ਅੰਤ ਨਹੀਂ ਹੈ। ਕਿਵੇਂ ਕਿਵੇਂ ਚੋਜ ਕਰਨਾ ਸਮਝ ਨਹੀਂ ਆਉਂਦੀ, ਪਤਾ ਨਹੀਂ ਲੱਗਦਾ ਕਿਵੇਂ ਕਿਵੇਂ ਮਨੁੱਖ ਨੂੰ ਤੋਰੀ ਜਾਂਦਾ, ਤਰੀਕੇ ਕਿਸ ਤਰ੍ਹਾਂ ਦੇ ਨੇ। ਫਿਰ ਕਹਿੰਦੇ ਦੇਣ ਨਾ ਅੰਤ, ਤੂੰ ਇੰਨਾ ਕੁਝ ਸਾਨੂੰ ਦੇਈ ਜਾ ਰਿਹਾ, ਮੈਂ ਤਾਂ ਉਹ ਹੀ ਨਹੀਂ ਗਿਣ ਸਕਦਾ। ਹਾਲਾਂਕਿ ਅਸੀਂ ਕਹਿੰਦੇ ਹਾਂ ਵੀ ਸਾਡੇ ਕੋਲ ਕੁਝ ਨਹੀਂ। ਇਹ ਨਾਸਤਿਕ ਬੰਦੇ ਦੀ ਪਹਿਲੀ ਨਿਸ਼ਾਨੀ, ਜਿਹੜਾ ਸਵੇਰੇ ਉੱਠ ਕੇ ਮੂੰਹ ਝੁਰੜੀਆਂ ਜੀਆਂ ਪਾ ਕੇ ਰੋਂਦਾ ਰੋਂਦਾ ਕਹਿੰਦਾ ਕੁਝ ਨਹੀਂ ਸਾਡੇ ਕੋਲ, ਇਹ ਟੁੱਟੇ ਹੋਏ ਬੰਦੇ ਦੀ ਨਿਸ਼ਾਨੀ ਹੈ। ਰੋਈ ਜਾਏਗਾ ਕੀ ਹੋਇਆ ਸਾਡੇ ਕੋਲ। ਹਜ਼ੂਰ ਕਹਿੰਦੇ ਅੱਖ ਖੋਲ ਕੇ ਵੇਖ, ਤੂੰ ਕਹਿੰਦਾ ਮੇਰੇ ਕੋਲ ਕੁਝ ਨਹੀਂ, ਸਭ ਤੋਂ ਪਹਿਲਾਂ ਤੂੰ ਵੇਖ, ਤੂੰ ਸੁੱਤਾ ਹੋਇਆ ਸੀ। ਤੇ ਸੁੱਤਾ ਮਨੁੱਖ ਕੌਮੇ ਵਿੱਚ ਹੈ ਇੱਕ ਤਰ੍ਹਾਂ, ਕੌਮੇ ਵਿੱਚ ਜਿਵੇਂ ਕਈਆਂ ਮਰੀਜ਼ਾਂ ਨੂੰ ਤੁਸੀਂ ਵੇਖੋਗੇ ਕਈ ਸਾਲਾਂ ਤੋਂ ਬੇਹੋਸ਼ ਨੇ, ਮੰਜੇ ਤੇ ਸੁੱਤੇ ਹੋਏ ਨੇ, ਕੌਮੇ ਵਿੱਚ ਨੇ। ਬੜੇ ਯਤਨ ਕੀਤੇ ਜਾ ਰਹੇ ਨੇ ਉਹਨਾਂ ਨੂੰ ਉਠਾਇਆ ਜਾਏ, ਉਹ ਜਾਗ ਪੈਣ, ਉਹ ਉੱਠ ਪੈਣ, ਪਰ ਨਹੀਂ ਉੱਠ ਸਕਦੇ। ਹਜ਼ੂਰ ਨੇ ਕਿਹਾ ਤੂੰ ਨੀਂਦ ਵਿੱਚ ਸੈਂ ਜਾਗ ਪਿਆ, ਛੋਟੀ ਜੀ ਗੱਲ ਹੈ ਇਹ, ਛੋਟੀ ਦਾਤ ਹੈ ਵੀ ਤੈਨੂੰ ਜਾਗ ਆ ਗਈ। ਜਾਗਦਿਆਂ ਸਾਰ ਤੂੰ ਸ਼ੁਕਰਾਨਾ ਕਰ, ਤੂੰ ਮੈਨੂੰ ਜਗਾ ਦਿੱਤਾ ਹੈ। ਜੇ ਨਾ ਜਗਾਉਂਦਾ ਕੀ ਪਤਾ ਕਿੰਨੇ ਸਾਲ ਮੰਜੇ ਤੇ ਪਿਆ ਰਹਿੰਦਾ, ਇੱਥੇ ਰੁਲ ਜਾਂਦਾ। ਜਗਾਇਆ ਹੈ ਨਾ। ਦੇਣ ਨਾ ਅੰਤ, ਪਰ ਕਿੱਥੇ ਅੱਖਾਂ ਵਿੱਚ ਮਿੱਟੀ ਪਈ ਹੋਈ ਹੈ। ਸਾਡੀ ਆਦਤ ਰੋਣ ਦੀ ਹੈ। ਮਿਲਿਆ ਕੁਝ ਨਹੀਂ ਜੀ। ਅਸੀਂ ਮਿਲਣਾ ਕਿਹਨੂੰ ਕਹਿੰਦੇ ਹਾਂ? 1 ਕਰੋੜ ਦੀ ਗੱਡੀ ਹੋਵੇ, 4 ਕਰੋੜ ਦੀ ਕੋਠੀ ਹੋਵੇ, ਗਲੇ ਵਿੱਚ 10 ਤੋਲੇ ਦਾ ਹਾਰ ਪਿਆ ਹੋਵੇ ਤਾਂ ਕਹਿੰਦੇ ਮਿਲਦਾ ਹੈ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਸਾਡਾ ਸਰੀਰ, ਸਰੀਰ ਦੀ ਤੰਦਰੁਸਤੀ, ਸਰੀਰ ਨੂੰ ਭੁੱਖ ਲੱਗਣੀ, ਨੀਂਦ ਆਉਣੀ, ਜਾਗਣਾ, ਵੇਖਣਾ, ਸੁਣਨਾ, ਬੋਲਣਾ, ਇਹ ਸਾਰੀਆਂ ਚੀਜ਼ਾਂ ਤੁਸੀਂ ਕਿੰਨੇ ਕਰੋੜ ਇਕੱਠੇ ਕਰ ਦਿਓ ਖਰੀਦੀਆਂ ਨਹੀਂ ਜਾ ਸਕਦੀਆਂ ਜਿਹੜੀਆਂ ਰੱਬ ਨੇ ਦਿੱਤੀਆਂ ਹੋਈਆਂ ਨੇ। ਕਦੀ ਇਹਨਾਂ ਵੱਲ ਦੇਖੀ ਨਹੀਂ। ਥੋੜ੍ਹੀ ਦਾਤ ਹੈ। ਮਨੁੱਖ ਆਪਣੇ ਆਪ ਵਿੱਚ ਸਮਰਾਟ ਹੈ, ਬਾਦਸ਼ਾਹ ਹੈ, ਬੜੀ ਪੂੰਜੀ ਦਾ ਮਾਲਕ ਹੈ, ਪਰ ਜਿੰਨਾ ਚਿਰ ਗੁਰੂ ਦੀ ਗੱਲ ਨਹੀਂ ਸੁਣਦਾ ਅੰਦਰੋਂ ਜਾਗਦਾ ਹੀ ਨਹੀਂ। ਤੇ ਇੱਥੇ ਬਾਦਸ਼ਾਹ ਕੌਣ ਹੈ? ਜਿਹਨੇ ਆਪਣੇ ਮਨ ਨੂੰ ਖੁਸ਼ ਕਰ ਲਿਆ, ਜਿਹੜਾ ਇੱਕ ਇਰਾਦੇ ਵਿੱਚ ਜਿਉਣ ਲੱਗ ਪਿਆ ਵੀ ਮੇਰੇ ਕੋਲ ਹੈ ਸਭ ਕੁਝ, ਉਹ ਬਾਦਸ਼ਾਹ ਹੈ। ਤੇ ਜਿਹੜਾ ਜਿਹਦੇ ਕੋਲ ਜੋ ਮਰਜ਼ੀ ਆ ਗਿਆ, ਜੇ ਉਹਦੇ ਮਨ ਦੇ ਵਿੱਚ ਭਰੋਸਾ ਨਹੀਂ, ਵਿਸ਼ਵਾਸ ਨਹੀਂ ਜਾਗਿਆ, ਉਹ ਯਤੀਮ ਹੈ, ਭਿਖਾਰੀ ਸਾਰੀ। ਇਸ ਲਈ ਸਤਿਗੁਰੂ ਕਹਿੰਦੇ ਤੇਰੇ ਕੋਲ ਬੜਾ ਕੁਝ ਸੱਜਣਾ, ਪਰ ਤੂੰ ਵਹਿੰਦਾ ਹੀ ਨਹੀਂ। ਸ਼ੁਕਰਾਨਾ ਕਰਿਆ ਕਰ, ਸਵੇਰੇ ਤੈਨੂੰ ਉਹਨੇ ਉਠਾ ਦਿੱਤਾ ਹੈ। ਫਿਰ ਪਰਤ ਕੇ ਵੇਖ, ਤੇਰੇ ਵਿੱਚ ਸਵਾਸ ਚੱਲ ਰਹੇ ਨੇ, ਆਕਸੀਜਨ ਦੇ ਰਿਹਾ ਤੈਨੂੰ। ਜੇ ਆਕਸੀਜਨ ਨਾ ਦਵੇ ਫਿਰ ਕੀ ਕਰੇਗਾ? ਫਿਰ ਢੋਲਣੀ ਬੰਨੇਗਾ ਆਪਣੇ ਮੋਢਿਆਂ ਦੇ ਪਿੱਛੇ ਵੀ ਮੈਨੂੰ ਆਕਸੀਜਨ ਚਾਹੀਦੀ, ਲੈ ਕੇ ਆਵੇਂਗਾ ਖਰੀਦ ਕੇ। ਇਹ ਤਾਂ ਉਹ ਮੁਫਤ ਵਿੱਚ ਦੇ ਰਿਹਾ ਨਾ। ਤੁਸੀਂ ਧਰਤੀ ਤੋਂ ਥੋੜ੍ਹੇ ਉੱਚੇ ਚਲੇ ਜਾਓ, ਉੱਤੇ ਆਕਸੀਜਨ ਨਹੀਂ ਹੈ। ਸਾਡੇ ਵਾਸਤੇ ਇੱਥੇ ਪਾਈ ਹੋਈ ਉਹਨੇ ਵੀ ਇੱਥੇ ਮੈਂ ਕੁਝ ਬੰਦੇ ਭੇਜੇ ਨੇ, ਉਹਨਾਂ ਨੂੰ ਆਕਸੀਜਨ ਚਾਹੀਦੀ ਹੈ, ਇਸ ਕਰਕੇ ਇੱਥੇ ਛੱਡ ਦਿੱਤੀ ਸਾਡੇ ਵਾਸਤੇ। ਕਦੀ ਕੀਤੀ ਅਰਦਾਸ ਵੀ ਤੂੰ ਆਕਸੀਜਨ ਸਾਨੂੰ ਦਿੱਤੀ ਹੈ? ਜੇ ਆਪਣੇ ਆਪ ਹੁੰਦੀ ਤੇ ਉੱਪਰ ਵੀ ਹੋ ਜਾਂਦੀ, 10 ਮੀਲ ਜਾ ਕੇ ਵੇਖ ਲਓ ਆਕਾਸ਼ ਵਿੱਚ, ਆਕਸੀਜਨ ਨਹੀਂ ਹੈ ਉੱਥੇ। ਵੇਖਣ ਵਾਸਤੇ ਨਜ਼ਰ ਦਿੱਤੀ ਹੈ, ਬੋਲਣ ਵਾਸਤੇ ਆਵਾਜ਼ ਦਿੱਤੀ ਹੈ, ਜ਼ੁਬਾਨ ਦਿੱਤੀ ਹੈ, ਸੁਣਨ ਵਾਸਤੇ ਸੁਣਨ ਸ਼ਕਤੀ ਦਿੱਤੀ ਹੈ। ਕਿੰਨਾ ਕੁਝ ਦਿੱਤਾ। ਇਹਨੂੰ ਕਲਗੀਆਂ ਵਾਲੇ ਕਹਿੰਦੇ ਅਲੇਖ, ਤੇਰੀਆਂ ਦਾਤਾਂ ਨੂੰ ਵੀ ਲਿਖਿਆ ਨਹੀਂ ਜਾ ਸਕਦਾ। ਤੂੰ ਕਿੰਨਾ ਕੁਝ ਦਿੱਤਾ ਹੈ। ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਇਸ ਸ੍ਰਿਸ਼ਟੀ ਵਿੱਚ ਵੇਖਣ ਵਾਸਤੇ ਇੰਨਾ ਕੁਝ ਹੈ ਜਿਹਦਾ ਕੋਈ ਅੰਤ ਨਹੀਂ। ਜਿੰਨੇ ਕੁ ਜੋਗੇ ਆਪਾਂ ਹੈ ਵਾਂ, ਇਹਨਾਂ ਕੁ ਸਾਨੂੰ ਦਿਸ ਰਿਹਾ ਹੈ, ਜਿੰਨੇ ਜੋਗੇ ਆਪਾਂ ਹਾਂ।
ਔਰ ਇਹ ਇੱਕ ਬੜੀ ਚੰਗੀ ਗੱਲ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਸਾਨੂੰ ਲੋੜ ਹੈ ਸਾਨੂੰ ਉਹ ਹੀ ਦਿਸ ਰਹੀਆਂ ਨੇ। ਬੜੀ ਚੰਗੀ ਗੱਲ ਹੈ, ਬਾਕੀ ਦਿਸਣਾ ਵੀ ਨਹੀਂ ਚਾਹੀਦਾ। ਜੇ ਸਾਰਾ ਕੁਝ ਇੱਥੇ ਦਿਸ ਪਿਆ ਨਾ ਸਪੇਸ ਵਿੱਚ, ਰੋਟੀ ਨਹੀਂ ਖਾਧੀ ਜਾਏਗੀ, ਮਨੁੱਖ ਇੰਨਾ ਘਬਰਾ ਜਾਏਗਾ। ਜੋ ਕੁਝ ਸਾਡੇ ਵੇਖਣ ਦੇ ਯੋਗ ਨਹੀਂ ਉਹ ਸਾਡੀਆਂ ਅੱਖਾਂ ਤੋਂ ਓਹਲੇ ਕਰ ਦਿੱਤਾ ਉਹਨੇ, ਵੀ ਇਹ ਨਹੀਂ ਇਹਨਾਂ ਨੂੰ ਦਿਸਣਾ ਚਾਹੀਦਾ, ਉਹਦੇ ਵਾਸਤੇ ਗਲਤ ਹੈ। ਜੋ ਸਾਡੇ ਸੁਣਨ ਦੀ ਸਮਰੱਥਾ ਸਾਡੇ ਵਿੱਚ ਨਹੀਂ, ਅਜੇ ਉਹ ਅਸੀਂ ਨਹੀਂ ਸੁਣ ਰਹੇ, ਉਹ ਸੁਣਨ ਨੂੰ ਨਹੀਂ ਮਿਲਦਾ, ਤਾਂ ਇਹ ਉਹਦੀ ਕਲਾ ਹੈ। ਸਾਹਿਬ ਕਹਿੰਦੇ ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਕੋਈ ਅੰਤ ਨਹੀਂ ਤੇਰੇ ਮਨ ਦੇ ਵਿੱਚ ਸਲਾਹ ਕੀ ਹੈ ਵੀ ਤੂੰ ਕੱਲ ਨੂੰ ਕੀ ਕਰ ਦੇਣਾ ਹੈ। ਮੰਤ ਦਾ ਅਰਥ ਹੈ ਸਲਾਹ, ਕੋਈ ਇਹਦਾ ਅੰਤ ਨਹੀਂ, ਕੱਲ ਤੂੰ ਕੀ ਕਰਨਾ ਹੈ। ਕੋਈ ਨਹੀਂ ਭਵਿੱਖਬਾਣੀ ਕਰ ਸਕਦਾ, ਸਭ ਕਬਾੜ ਹੈ, ਕੱਲ ਕੀ ਕਰਨਾ ਹੈ। ਇੱਕ ਵਿਦਿਆ ਹੈ ਸੰਸਾਰ ਵਿੱਚ ਜਿਹਨੂੰ ਕਹਿੰਦੇ ਜੋਤਿਸ਼ ਵਿਦਿਆ, ਉਹ ਕਹਿ ਦਿੰਦੀ ਹੈ ਵੀ ਕੱਲ ਨੂੰ ਕੀ ਹੋਣਾ ਹੈ, ਇਸ ਤਰ੍ਹਾਂ ਕਿਵੇਂ ਹੋਵੇਗਾ, ਦੱਸਿਆ ਜਾਂਦਾ ਹੈ ਰੇਖਾਵਾਂ ਦੇ ਆਧਾਰ 'ਤੇ। ਪਰ ਜਿਹਨੇ ਰੇਖਾਵਾਂ ਬਣਾਈਆਂ ਨੇ ਉਹ ਰੇਖਾਵਾਂ ਬਦਲ ਵੀ ਦਿੰਦਾ, ਫਿਰ ਕੀ ਕਰੋਗੇ। ਉਹ ਚੇਂਜ ਵੀ ਕਰ ਸਕਦਾ, ਬਦਲ ਸਕਦਾ, ਅਧਿਕਾਰ ਨੇ ਉਹਦੇ ਕੋਲ। ਤਾਂ ਕੋਈ ਜੋਤਸ਼ੀ ਉਹਦਾ ਅੰਤ ਨਹੀਂ ਪਾ ਸਕਦਾ ਵੀ ਕੱਲ ਨੂੰ ਕੀ ਕਰੇਗਾ, ਉਹਦੇ ਮਨ ਵਿੱਚ ਕੀ ਹੈ। ਇਸ ਕਰਕੇ ਉਹਦੇ ਮਨ ਵਿੱਚ ਕੀ ਹੈ, ਉਹਨੇ ਕੀ ਕਰਨਾ, ਇਹਦਾ ਕੋਈ ਅੰਤ ਨਹੀਂ। ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ। ਇਹ ਇੱਕ ਰੋਗ ਹੈ ਧਾਰਮਿਕ ਦੁਨੀਆ ਦਾ, ਖਿਆਲ ਰੱਖਣਾ। ਮੈਂ ਥੋੜ੍ਹੀ ਜਿਹੀ ਦੀ ਵਿਆਖਿਆ ਕਰ ਦਿਆਂ ਤਾਂ ਕਿ ਇਸ ਗਲਤ ਥਾਂ ਤੋਂ ਅਸੀਂ ਅੱਗੇ ਨਿਕਲ ਜਾਈਏ। ਅੰਤ ਕਾਰਨ ਕੇਤੇ ਬਿਲ ਲਾਹੇ। ਦੋ ਤਰ੍ਹਾਂ ਦੇ ਧਾਰਮਿਕ ਲੋਕ ਨੇ, ਇੱਕ ਧਰਮ ਨੂੰ ਕਮਾਉਂਦੇ ਨੇ ਉਹਨੂੰ ਪਾਉਣ ਵਾਸਤੇ ਤੇ ਉਹਦੇ ਵਿੱਚ ਲੀਨ ਹੋਣ ਵਾਸਤੇ, ਉਹਨਾਂ ਦਾ ਪ੍ਰਯੋਜਨ ਹੋਰ ਨਹੀਂ। ਇੱਕ ਜਿਹੜੇ ਨੇ ਉਹ ਉਸ ਨੂੰ ਜਪਦੇ ਨੇ ਵੀ ਵੇਖੀਏ ਤੂੰ ਰਹਿੰਦਾ ਕਿੱਥੇ ਹੈ, ਤੂੰ ਕਿੱਡਾ ਕੁ ਹੈ, ਤੂੰ ਖਾਂਦਾ ਕੀ ਹੈ, ਤੂੰ ਕਰਦਾ ਕੀ। ਕਈ ਵਾਰੀ ਬੰਦਾ ਇਹ ਗੱਲ ਰਸਤੇ 'ਤੇ ਤੁਰ ਪੈਂਦਾ, ਅੰਤ ਲੈਣ ਦਾ ਯਤਨ ਕਰਦਾ। ਤਿੰਨ ਚੀਜ਼ਾਂ ਦਾ ਅੰਤ ਨਹੀਂ ਲੈਣਾ ਚਾਹੀਦਾ, ਰੱਬ ਦਾ, ਗੁਰੂ ਦਾ ਤੇ ਰੱਬ ਦੇ ਫਕੀਰ ਪਿਆਰੇ ਦਾ। ਤਿੰਨ ਦਾ ਅੰਤ ਨਹੀਂ ਲੈਣਾ ਚਾਹੀਦਾ, ਕਿਉਂਕਿ ਉਹਨਾਂ ਦਾ ਅੰਤ ਹੁੰਦਾ ਹੀ ਨਹੀਂ। ਉਹਨਾਂ ਬਾਰੇ ਕਈ ਵਾਰੀ ਆਪਾਂ ਆਉਂਦੇ ਹਾਂ, ਇਹ ਗੱਲਾਂ ਪੁੱਛਣ ਲੱਗ ਪੈਂਦੇ, ਕਿੱਥੇ ਰਹਿੰਦੇ ਹੋ, ਬਹੁਤਾ ਹੀ ਅੜੀ ਕਰਨ ਲੱਗ ਜਾਂਦੇ, ਖਾਂਦੇ ਕੀ ਹੋ, ਕਿੰਨੇ ਵਜੇ ਉੱਠਦੇ ਹੋ। ਇਹ ਗੱਲਾਂ ਥੋੜ੍ਹੀ ਠੀਕ ਨੇ। ਤਾਂ ਉਹਦਾ ਅੰਤ ਨਹੀਂ, ਨਾ ਉਹਦੇ ਪਿਆਰੇ ਦਾ ਅੰਤ ਹੈ, ਨਹੀਂ ਅੰਤ ਪਾਇਆ ਜਾ ਸਕਦਾ। ਤਾਂ ਉਹਦਾ ਅੰਤ ਵਾਸਤੇ ਅੰਤ ਕਾਰਨ ਕੇਤੇ ਬਿਲ ਲਾਹੇ। ਜਿਹੜੇ ਲੋਕ ਪੱਤਰਕਾਰ ਬਣਨਾ ਚਾਹੁੰਦੇ ਧਰਮ ਦੇ ਮਾਰਗ 'ਤੇ, ਪੱਤਰਕਾਰ ਦਾ ਮਤਲਬ ਉਹਦੀ ਡਿਊਟੀ ਹੈ, ਉਹ ਤਾਂ ਵਿਚਾਰਾ ਠੀਕ ਹੈ ਆਪਣੇ ਥਾਂ 'ਤੇ। ਪੱਤਰਕਾਰ ਕੌਣ ਹੈ? ਜਿਹੜੀ ਘਟਨਾ ਸਮਾਜ ਵਿੱਚ ਵਾਪਰਦੀ ਏ ਉਹਨੇ ਲਿਖ ਕੇ ਲੋਕਾਂ ਤੱਕ ਲੈ ਕੇ ਜਾਣੀ ਵੀ ਇਹ ਝੂਠ ਤੇ ਸੱਚ ਵਰਤ ਰਿਹਾ ਇਸ ਥਾਂ 'ਤੇ। ਉਹਦੀ ਡਿਊਟੀ ਹੈ ਨਾ, ਉਹਦੀ ਸੰਸਾਰ ਦੀ ਹਾਲਾਤ ਨੂੰ ਪ੍ਰਗਟ ਕਰਦਾ ਹੈ। ਪਰ ਕਦੀ ਕਦੀ ਇਹ ਪੱਤਰਕਾਰ ਬਿਰਤੀ ਭਗਤੀ ਦੀ ਦੁਨੀਆ ਵਿੱਚ ਵੀ ਆ ਜਾਂਦੀ। ਉਹ ਕਹਿੰਦੇ ਭਗਤੀ ਕਰਨੀ ਹੈ ਤੇ ਜਾਣਨਾ ਹੈ ਵੀ ਉਹ ਕਿਵੇਂ ਦਾ ਹੈ, ਤੇ ਫਿਰ ਦੱਸਣਾ ਜਾ ਕੇ ਵਾਪਸ। ਨਹੀਂ ਹੋ ਸਕਦਾ। ਇਹ ਬੰਦੇ ਨੂੰ ਰੋਕ ਦਿੰਦੀ ਏ, ਬੰਦਾ ਚਿੜਚਿੜਾ ਹੋ ਜਾਏਗਾ। ਜਿਹੜਾ ਸਾਧਨਾ ਦੇ ਮਾਰਗ 'ਤੇ ਬੰਦਾ ਚਿੜਚਿੜਾ ਹੋ ਗਿਆ ਹੈ, ਉਹਦਾ ਕਾਰਨ ਹੀ ਇੱਕੋ ਅੰਤ ਲੱਭਣਾ ਚਾਹੁੰਦਾ ਹੈ। ਗੁਰੂ ਅਮਰਦਾਸ ਜੀ ਦੀ ਇੱਕ ਪੰਕਤੀ ਪੜ੍ਹੋ, ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲ ਲਾਏ। ਕਲਪਦੇ ਨੇ ਪਏ, ਰੋਈ ਜਾਂਦੇ ਨੇ, ਅੰਤ ਲੱਭੇ ਜੀ, ਪਤਾ ਲੱਗੇ, ਕੁਝ ਮਿਲੇ, ਕੁਝ ਹੋਵੇ। ਹੋਣਾ ਕੀ ਹੈ? ਹੋ ਹੀ ਰਿਹਾ ਜੋ ਕੁਝ ਹੋਣਾ ਹੈ, ਠੀਕ ਹੈ। ਜੇ ਨਹੀਂ ਹੋ ਰਿਹਾ ਤੇ ਤਾਂ ਵੀ ਠੀਕ ਹੈ, ਜੇ ਹੋ ਰਿਹਾ ਤੇ ਤਾਂ ਵੀ ਠੀਕ ਹੈ। ਸਾਧਕ ਦਾ ਮਤਲਬ ਹੈ, ਸਿੱਖ ਦਾ ਮਤਲਬ ਹੈ ਵਹਿ ਜਾਣਾ। ਇਹ ਕੋਈ ਅਧਿਕਾਰ ਸਿਸਟਮ ਨਹੀਂ ਹੈ ਵੀ ਸਾਨੂੰ ਅਧਿਕਾਰ ਦਿੱਤੇ ਜਾਣਗੇ।
अधिकारी सिख ही नहीं हो सकता। जिहदे अंदर चाहत है कुछ बनन दी, वो सिख है ही नहीं। सिख का मतलब है जो कुछ है हुण बस ठीक है, तो वो प्राप्ति के रस्ते ते अगे तुरदा है। अंत कारण केते बिल लाहे, ताके अंत न जान पाए जाहे। ये अंत न जाने कोई, बहुता कहिए बहुता होए। जिन्ना तुसी कहोगे होर वड्डा हो जाएगा। वड्डा साहब अगे बड़ी लंबी इहदी व्याख्या की है। मैं सिर्फ एक विशा लै रहा सी भी गुरु कलगियां वाले पातशाह उहदा एक गुण कह रहे ने, कहते अलेख है, लेखा नहीं उहदा हो सकता। तो एक गल इत्थे पक्की है कि कभी भी उन्होंने याद नहीं करना चाहिए भी साड़ी समझ विच कुछ आ जाए, नहीं हो सकता। समझ विच इको गल आवे कि साड़ी समझ द्वारा उन्होंने समझिया नहीं जा सकता। समझ नूं छड्डण वास्ते कुछ समझना चाहिए, नहीं तो इस रस्ते ते किन्ना चिर लगे रहो, किन्ना समा ला दिओ, एक कदम भी अगे नहीं तुरांगे। थोड़ा जिहा लीन होने लई तुरीए, थोड़ा जिहा छड्डीए अपने आप नूं। आले दुआले की वापर रहा है, की हो रहा है, यदि थोड़ा जिहा चिर साल दो फिक्र छड्ड दईए, साल दो। ये व्याख्या सिर्फ संसार की व्याख्या उदों बंदा करे जदों उहदी जीवन विच कुछ ना कुछ गल क्लीयर हो जाए, साफ हो जाए। अजे अपने राह ते एक पल तुरया नहीं। वो कोई आदमी यात्रा वास्ते तुरया सी, सड़क ते तुरया, बस राह च जिहड़ा रुख आवे उहनूं हत्थ विच, इहदे पत्ते इस तरह के क्यों ने, इहदी टहनी डिंगी क्यों है, ये उगया क्यों है इत्थे। कोई कोलों लंघिया, उन्हें कहा भी की करना, कहन लगा भी तुरया तो मैं दूर तो बड़ी जाना है, पर राह विच आ किते रुख ने, किते खंभा है, किते कोई पंछी उत्ते आलना, ये क्यों ने सारे। उन्हें कहा भी तेरा मतलब अगे जान नाले, तेरा इन्हां रुखां नाल थोड़ी मतलब है, तू अगे तुर। जे तू इस किनारियां की व्याख्या करता रहा, तेरा इत्थे समा बतीत हो जाएगा। लंघेगा कदों, जाएगा कदों। तो हजूर ने एक राह दिता तुरन दा, संसार दे राह ते तुसी लंघ रहे हो, कोई अंत नहीं है इत्थे आले दुआले, किन्ना कुछ है। तो जिन्नी को समर्था है उन्नी को व्याख्या कर लेनी, बहुती विच ना फसना। अजे तो असी अपनी व्याख्या कोई नहीं जानी, संसार की किवें करांगे। अजे तो सानू अपने नहीं पता लगा असी की हाँ ते कौन हाँ, अपने बारे नहीं जानिया, दुनिया की व्याख्या करन तुर पे, तो फिर राह विच रह गए। सतगुरु ने कहा एक बिरती लैके तुर भी, अलेख है सारा सिस्टम, लिखिया नहीं जा सकता, अंत नहीं पाया जा सकता। तां ही सतगुरु ने बचन किया, कहते लखा मन कागज लै आवां, स्याही लै आवां, कलमा लै आवां, तेनू लिखन लगा तेरा अंत नहीं पाया जा सकता। गुरु नानक साहब जी का शब्द है, नानक कागद लख मना, पढ़ पढ़ कीजै भाओ। लखा मन कागज मैं पढ़ा, पढ़ पढ़ के भाओ दा अर्थ याद कर लवां। पढ़ पढ़ कीचै भाओ, मसू तोट ना आवई। मसू कहते ने स्याही नूं, कहते मेरे कोल स्याही दी तोट भी ना आवे। लेखन पाउण चलाओ ते हवा दी कलम बना लवां, इन्नी तेज लिखां। फिर कहते भी तेरी कीमत ना पवै, हों के वड्या आखां नाउ। नाउ नाउ नूं नहीं कहा जा सकता। ये बड़े बड़े शब्द ने प्यारे गुरु ग्रंथ साहब विच। नाम एक है, नाउ है ना कोई फर्क इहदे विच, नाम तो नाउ बन गया। ये नाम ने नाउ तक लैके जाना है। इस नाउ की कोई कीमत नहीं, कोई इहदा अंत नहीं। तो इस तरह की जीवन दशा हजूर सच्चे पातशाह जी कहते ने, अलेख है तेरा कोई लेखा नहीं। कबीर साहब ने क्या, कबीर सात समुंदर मस करूं, कलम करूं बन राए। सत समुंदरां दा पानी शाही बना लवां
ਤੇ ਕਲਮ ਬਣਾਵਾਂ ਬੰਦਰਾਏ, ਸਾਰਿਆਂ ਰੁੱਖਾਂ ਦੀ ਕਲਮ ਬਣਾ ਲਵਾਂ। ਫਿਰ ਕਹਿੰਦੇ ਬਸਦਾ, ਬਸਦਾ ਕਹਿੰਦੇ ਧਰਤੀ ਨੂੰ, ਕਾਗਦ ਜੋ ਕਰੋ, ਇਸ ਧਰਤੀ ਨੂੰ ਕਾਗਜ਼ ਬਣਾ ਕੇ ਉੱਤੇ ਤੇਰੀ ਸਿਫਤ ਲਿਖਣੀ ਸ਼ੁਰੂ ਕਰ ਦਿਆਂ। ਸਾਰੀ ਧਰਤੀ ਲਿਖੀ ਜਾਏ ਤੇਰੀ ਸਿਫਤ ਨਾਲ ਭਰੀ ਜਾਏ, ਫਿਰ ਵੀ ਤੇਰੀ ਸਿਫਤ ਨਹੀਂ ਹੋ ਸਕਦੀ। ਬਸਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਉਸੇ ਨੂੰ ਕਲਗੀਆਂ ਵਾਲੇ ਪਾਤਸ਼ਾਹ ਜਾਪ ਸਾਹਿਬ ਵਿੱਚ ਕਹਿੰਦੇ ਅਲੇਖ ਹੈ, ਲੇਖਾਂ ਵਿੱਚ ਨਹੀਂ ਆਉਂਦਾ ਤੂੰ, ਲੇਖ ਤੋਂ ਪਰੇ ਹੈ। ਫਿਰ ਕਹਿੰਦੇ ਅਭੇਖ ਹੈ, ਇਹ ਪਹਿਲਾ ਸ਼ਬਦ ਹੈ ਤੀਜੇ ਬੰਦ ਦਾ। ਭੇਖ ਤੋਂ ਪਰੇ ਹੈ, ਭੇਖ ਤੋਂ ਵੱਡਾ ਹੈ। ਵੇਸ ਤਾਂ ਕਰਨਾ ਤਾਂ ਕਿ ਵੇਸ ਕਰਕੇ ਸਰੀਰ ਨੂੰ ਇੱਕ ਸਿਸਟਮ ਵਿੱਚ ਢਾਲਿਆ ਜਾਏ। ਫਿਰ ਵੇਸ ਤੋਂ ਅੱਗੇ ਨਿਕਲ ਜਾਣਾ, ਉਹਨੂੰ ਲਾਉਣਾ ਨਹੀਂ। ਸਿੱਖੀ ਵਿੱਚ ਇਹ ਮਾਰਗ ਨਹੀਂ ਹੈ, ਉਹਨੂੰ ਵੀ ਨਾਲ ਰੱਖਣਾ। ਭੇਖ ਨਹੀਂ ਤਿਆਗਣਾ, ਭੇਖ ਨਾਲ ਰੱਖਣਾ ਹੈ। ਪਰ ਭੇਖ ਨੂੰ ਸੰਪੂਰਨਤਾ ਨਹੀਂ ਸਮਝਣਾ। ਭੇਖ ਕਰਕੇ ਅਭੇਖ ਹੋ ਜਾਣਾ, ਅੱਗੇ ਨਿਕਲ ਜਾਣਾ, ਉਹਦੇ ਤੱਕ ਚਲੇ ਜਾਣਾ, ਇਹਦੇ ਵਿੱਚੋਂ ਕੁਝ ਲੱਭ ਲੈਣਾ। ਤਾਂ ਇਹ ਚੀਜ਼ਾਂ ਕੋਈ ਯਾਦ ਦਿਵਾਉਂਦੀਆਂ ਸਨ। ਗਾਤਰਾ ਸ਼ਬਦ ਸੀ, ਗਾਤਰਾ ਦਾ ਅਰਥ ਹੈ ਗਾਤ ਨਾਲ ਲੱਗਾ ਰਹਿਣ ਵਾਲਾ। ਗਾਤ ਕਹਿੰਦੇ ਸਰੀਰ ਨੂੰ। ਇਹਦਾ ਅਰਥ ਸੀ ਵੀ ਸਿੱਖਾ, ਜਿਵੇਂ ਗਾਤਰਾ ਤੂੰ ਆਪਣੇ ਸਰੀਰ ਦੇ ਨਾਲ ਰੱਖਣਾ ਨਾ, ਇਸ ਤਰ੍ਹਾਂ ਨਾਮ ਨੂੰ ਮਨ ਦੇ ਨਾਲ ਰੱਖਿਆ ਕਰ। ਮਨ ਵਿੱਚ ਨਾਮ ਵੀ ਹੈ। ਇੱਕ ਗੱਲ ਯਾਦ ਰੱਖੋ, ਜੇ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇਵ ਇੱਕ ਯੋਗੀ ਨੂੰ ਕਹਿੰਦੇ ਨਾ ਵੀ ਕੰਨ ਵਿੱਚ ਤੇ ਮੁੰਦਰਾਂ ਪਾਈਆਂ ਨੇ, ਮਨ ਵਿੱਚ ਵੀ ਕੋਈ ਮੁੰਦਰ ਪਾਈ ਆ? ਮਨ ਤੇ ਤੇਰਾ ਖਾਲੀ ਹੈ, ਉਹਦੇ ਵਿੱਚ ਤੇ ਯਾਦ ਹੈ ਨਹੀਂ, ਉਹਦੇ ਵਿੱਚ ਸੰਤੋਖ ਕੋਈ ਨਹੀਂ, ਬਾਹਰ ਮੁੰਦਰ ਲਟਕਾਈ ਫਿਰਨਾ। ਜੇ ਪੰਡਤ ਹਰਦਿਆਲ ਨੂੰ ਗੁਰੂ ਨਾਨਕ ਸਾਹਿਬ ਕਹਿ ਸਕਦੇ ਨਾ ਬਈ ਆਹ ਜਿਹੜਾ ਜਨੇਊ ਪਾਈ ਦਇਆ ਹੈ ਤੇਰੇ ਅੰਦਰ, ਤੇ ਮੈਂ ਇੱਥੇ ਬੇਨਤੀ ਕਰ ਦੇਣੀ ਚਾਹੁੰਦਾ, ਇੱਕ ਸਿੱਖ ਨੂੰ ਵੀ ਗੁਰੂ ਗ੍ਰੰਥ ਸਾਹਿਬ ਕਹਿ ਸਕਦੇ ਨਾ ਜਿਹੜਾ ਗਾਤਰਾ ਪਾਈ ਅੰਦਰ ਨਾਮ ਵੀ ਹੈ ਕਿ ਨਹੀਂ, ਅੰਦਰ ਸੰਤੋਖ ਸਬਰ ਹੈ, ਪਰਉਪਕਾਰ ਦੀ ਭਾਵਨਾ ਹੈ, ਕਦੀ ਕ੍ਰੋਧ ਘਟਿਆ ਤੇਰੇ ਅੰਦਰੋਂ? ਜੇ ਨਹੀਂ ਘਟਿਆ ਤੇ ਫਿਰ ਇਹ ਕੀ ਕਰਕੇ ਤੁਰਿਆ ਫਿਰਨਾ? ਇਹ ਸੱਚਾਈ ਹੈ, ਕੌੜੀ ਸੱਚਾਈ। ਅਸੀਂ ਠੱਗੀ ਨਾ ਕਰੀਏ, ਕਿਤੇ ਆਪਾਂ ਆਪਣੇ ਧਰਮ ਦੀ ਵਿਆਖਿਆ ਸਿੱਧੀ ਪੁੱਠੀ ਕਰਕੇ, ਨਹੀਂ ਜੀ ਸਾਡਾ ਤੇ ਧਰਮ ਸਾਰਿਆਂ ਤੋਂ ਉੱਚਾ। ਉੱਚਾ ਤਾਂ ਹੈ ਜੇ ਕਰਨੀ ਹੈ, ਨਹੀਂ ਤੇ ਕੋਈ ਉੱਚਾ ਨਹੀਂ ਹੈ, ਕਿਤੇ ਮਾਫ ਨਹੀਂ। ਇਹ ਢਕੌਂਸ ਨੇ ਸਾਰੇ ਅਸੀਂ ਆਪ ਬਣਾਏ ਹੋਏ ਵੀ ਜਿਹੜਾ ਸਿੱਖ ਹੋ ਗਿਆ ਜੀ ਉਹਨੂੰ ਤੇ ਮਾਫ ਹੀ ਕਰ ਦੇਣਾ ਗੁਰੂ ਨੇ। ਸਿੱਖ ਦੀ ਕਰਨੀ ਹੋਵੇਗੀ ਤਾਂ ਹੀ ਸਿੱਖ ਨੂੰ ਗੁਰੂ ਮਾਫ ਕਰੇਗਾ ਨਾ, ਜੀਵਨ ਹੋਵੇਗਾ। ਜੇ ਗੁਰੂ ਦਾ ਉਪਦੇਸ਼ ਇੱਕ ਮੁਸਲਮਾਨ ਵਾਸਤੇ ਬਿਲਕੁਲ ਸਾਫ਼ ਹੈ, ਇੱਕ ਯੋਗੀ ਵਾਸਤੇ ਸਿੱਧੀ ਗੱਲ ਕੀਤੀ, ਇੱਕ ਪੰਡਤ ਵਾਸਤੇ ਕੀਤੀ ਹੈ, ਸਿੱਖ ਵਾਸਤੇ ਵੀ ਉਸੇ ਤਰ੍ਹਾਂ ਕੀਤੀ, ਕੋਈ ਰਿਆਇਤ ਨਹੀਂ ਹੈ। ਸ਼ਰਨ ਵਿੱਚ ਪੈ ਦੀ ਲਾਜ ਰੱਖਣੀ ਇਹ ਗੁਰੂ ਦਾ ਕੰਮ ਹੈ। ਪਰ ਅਸੀਂ ਕਿਸੇ ਚੀਜ਼ ਦਾ ਸਹਾਰਾ ਲੈ ਕੇ ਕਿਸੇ ਵੀ ਗੁਰੂ ਕੇ ਸਿਧਾਂਤ ਨਿਯਮ ਨੂੰ, ਗੁਰਸਿੱਖੀ ਦੀ ਮਰਿਆਦਾ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਯਤਨ ਨਾ ਕਰੀਏ, ਅਧਿਕਾਰੀ ਨਾ ਬਣੀਏ। ਤਾਂ ਸਤਿਗੁਰੂ ਨੇ ਦੂਜਾ ਬਚਨ ਕੀਤਾ ਅਭੇਖ ਹੈ, ਅਲੇਖ ਹੈ। ਫਿਰ ਕਹਿੰਦੇ ਅਕਾਏ, ਅਕਾਏ ਦਾ ਮਤਲਬ ਹੁੰਦਾ, ਕਾਏ ਦਾ ਮਤਲਬ ਹੈ ਕਾਇਆ। ਤੇਰੀ ਕੋਈ ਕਾਇਆ ਨਹੀਂ ਹੈ, ਤੇਰਾ ਕੋਈ ਸਰੀਰ ਨਹੀਂ, ਕੋਈ ਜਿਸਮ ਨਹੀਂ, ਜਿਸਮ ਤੋਂ ਬਿਨਾਂ ਹੈ। ਸਾਰੇ ਸਰੀਰ ਧਾਰੀ ਤੂੰ ਬਣਾਏ ਤੇ ਉਹਨਾਂ ਦੇ ਵਿੱਚ ਤੇਰੀ ਜੋਤ ਜ਼ਰੂਰ ਹੈ, ਪਰ ਤੂੰ ਕਦੀ ਜਿਸਮ ਧਾਰੀ ਨਹੀਂ ਹੁੰਦਾ। ਤੇਰਾ ਕੋਈ ਸਰੀਰ ਨਹੀਂ ਹੈ, ਕਾਇਆ ਨਹੀਂ। ਅਕਾਏ ਦਾ ਮਤਲਬ ਕਾਇਆ ਤੋਂ ਰਹਿਤ। ਫਿਰ ਕਹਿੰਦੇ ਨੇ ਅਜਾਏ, ਅਜਾਏ ਦਾ ਮਤਲਬ, ਜਾਏ ਦਾ ਮਤਲਬ ਹੈ ਜਨਮ ਲੈਣਾ। ਅਜਾਏ ਦਾ ਮਤਲਬ ਹੈ ਜਿਹਦਾ ਜਨਮ ਨਾ ਹੋਵੇ, ਕਦੀ ਤੇਰਾ ਜਨਮ ਨਹੀਂ ਹੁੰਦਾ, ਤੂੰ ਜਨਮ ਮਰਨ ਤੋਂ ਰਹਿਤ ਹੈ, ਇਹਨਾਂ ਤੋਂ ਪਾਰ ਹੈ। ਐਸੀ ਉਸਤਤ ਕਲਗੀਆਂ ਵਾਲੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੀ ਇਸ ਬੰਦ ਵਿੱਚ ਕੀਤੀ ਹੈ। ਸੋ ਆਓ ਸਾਧ ਸੰਗਤ।